Welcome to Victor's Knowledge. This is Chinu Sharma, and today I am going to discuss with you a very important topic. So ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਇਹ ਤੁਸੀਂ ਸਾਰਿਆਂ ਨੇ ਸਬ ਇੰਸਪੈਕਟਰ ਦਾ ਜਦੋਂ ਸਿਲੇਬਸ ਚੈੱਕ ਕੀਤਾ ਹੋ ਤਾਂ ਉਹਦੇ ਵਿੱਚ ਦੇਖਿਆ ਹੋ ਕਿ ਜਿਹੜਾ ਇੰਗਲਿਸ਼ ਲੈਂਗੁਏਜ ਦਾ ਇੱਕ ਅਲੱਗ ਤੋਂ ਟੌਪਿਕ ਦਿੱਤਾ ਹੋਇਆ ਹੈ ਉਹਦੇ ਵਿੱਚ ਟੋਟਲ 7 ਤਰ੍ਹਾਂ ਦੀਆਂ ਚੀਜ਼ਾਂ ਕਹੀਆਂ ਹੋਈਆਂ ਨੇ। ਸੋ ਇਹ ਜਿਹੜੇ ਵੀ ਟੋਟਲ 7 ਟੌਪਿਕਸ ਨੇ ਉਹ ਅੱਜ ਮੈਂ ਤੁਹਾਡੇ ਨਾਲ ਇਸੇ ਇੱਕ ਵੀਡੀਓ ਦੇ ਅੰਦਰ ਹੀ ਡਿਸਕਸ ਕਰੂੰਗੀ ਤੇ ਆਪਾਂ ਅੱਜ ਇਹ ਦੇਖਾਂਗੇ ਕਿ ਜਿਹੜੇ ਵੀ ਟੌਪਿਕਸ ਨੇ ਇਹਨਾਂ ਨੂੰ ਆਪਾਂ ਨੇ ਪੇਪਰ ਦੇ ਵਿੱਚ ਅਟੈਂਪਟ ਕਿਵੇਂ ਕਰਨਾ ਹੈ ਤੇ ਨਾਲ ਹੀ ਮੈਂ ਤੁਹਾਨੂੰ ਹਰ ਟੌਪਿਕ ਦੀ ਇਲਸਟ੍ਰੇਸ਼ਨ ਦੇ ਕੇ ਸਮਝਾਉਂਗੀ ਜਿਹਦੇ ਨਾਲ ਤੁਹਾਨੂੰ ਐਗਜ਼ਾਮ ਦੇ ਵਿੱਚ ਕੋਈ ਵੀ ਚੀਜ਼ ਐਵੇਂ ਨਾ ਲੱਗੇ ਕਿ ਇਹ ਤਾਂ ਅਸੀਂ ਕਦੇ ਪਹਿਲਾਂ ਕੀਤੀ ਨਹੀਂ ਹੈ, ਸਾਡੇ ਲਈ ਬਹੁਤ ਨਵੀਂ ਹੈ। ਸੋ ਤੁਹਾਨੂੰ ਪੈਟਰਨ ਦੇ ਨਾਲ ਫੈਮੀਲੀਅਰ ਕਰਵਾਉਣ ਦੇ ਲਈ ਮੈਂ ਅੱਜ ਇੱਕ ਸਪੈਸ਼ਲ ਵੀਡੀਓ ਤਿਆਰ ਕੀਤੀ ਹੈ। ਸੋ ਤੁਹਾਨੂੰ ਇਸ ਇੱਕ ਵੀਡੀਓ ਦੇ ਵਿੱਚ ਹੀ ਸਾਰੀ ਦੀ ਸਾਰੀ ਇੰਗਲਿਸ਼ ਲੈਂਗੁਏਜ ਫॉर ਪੰਜਾਬ ਸਬ ਇੰਸਪੈਕਟਰ ਐਗਜ਼ਾਮ ਰੈਡੀ ਮਿਲ ਜੂਗੀ। ਸੋ ਆਪਣਾ ਪਹਿਲਾ ਟੌਪਿਕ ਹੈ ਸੈਂਟੈਂਸ ਕੰਪਲੀਸ਼ਨ ਐਂਡ ਸਟਰਕਚਰਿੰਗ। ਸੋ ਕਹਿੰਦੇ ਕਈ ਵਾਰੀ ਆਪਾਂ ਨੂੰ ਪੇਪਰ ਦੇ ਵਿੱਚ ਇੰਗਲਿਸ਼ ਦੇ ਵਿੱਚ ਕੁਐਸਚਨ ਆਉਂਦੇ ਹੁੰਦੇ ਨੇ ਕਿ ਤੁਸੀਂ ਇੱਕ ਸੈਂਟੈਂਸ ਨੂੰ ਪੂਰਾ ਕਰਨਾ ਹੈ ਜਾਂ ਫਿਰ ਉਹਨੂੰ ਸਟਰਕਚਰ ਕਰਨਾ ਹੈ। ਸੋ ਇਹਦੇ ਪਹਿਲਾਂ ਆਪਾਂ ਰੂਲਸ ਦੇਖ ਲੈਂਦੇ ਹਾਂ, ਫਿਰ ਮੈਂ ਤੁਹਾਡੇ ਨਾਲ ਕੁਝ ਐਗਜ਼ਾਮਪਲਸ ਦੇ ਜ਼ਰੀਏ ਇਹ ਥੋੜੀ ਫੈਮੀਲੀਅਰ ਕਰਵਾ ਦੂੰਗੀ ਕਿ ਪੈਟਰਨ ਕੀ ਹੈ। ਸੋ ਪਹਿਲਾ ਰੂਲ ਹੈ ਕਿ ਜਿਹੜਾ ਵੀ ਤੁਹਾਨੂੰ ਕੁਐਸਚਨ ਆਇਆ ਜਿਹਨੂੰ ਤੁਹਾਨੂੰ ਕੰਪਲੀਟ ਕਰਨ ਦੀ ਗੱਲ ਕੀਤੀ ਹੈ ਤੁਸੀਂ ਉਸ ਸੈਂਟੈਂਸ ਨੂੰ ਰੀਡ ਕਰਨਾ ਹੈ, ਪੂਰੀ ਤਰ੍ਹਾਂ ਪੜ੍ਹਨਾ ਹੈ, ਇੱਕ ਵਰਡ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ ਹੈ। ਦੂਜੇ ਨੰਬਰ ਤੇ ਹਿੰਟਸ, ਮਤਲਬ ਕਿ ਕਈ ਵਾਰੀ ਜਿਹੜਾ ਸੈਂਟੈਂਸ ਐਵੇਂ ਦਾ ਹੁੰਦਾ ਕਿ ਤੁਹਾਨੂੰ ਆਪਸ਼ਨ ਦੀ ਹਿੰਟ ਉਹਦੇ ਵਿੱਚੋਂ ਹੀ ਮਿਲ ਜਾਂਦੀ ਹੈ। ਫॉर एग्जांपल ਜਿਵੇਂ ਕੋਈ এনवायरमेंट ਨਾਲ ਰਿਲੇਟਡ ਸੈਂਟੈਂਸ ਹੈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਆਪਸ਼ਨ ਦੇ ਵਿੱਚੋਂ এনवायरमेंट ਨਾਲ ਰਿਲੇਟਡ ਜੋ ਵੀ ਵਰਡ ਮੈਨੂੰ ਲੱਗ ਰਿਹਾ ਮੈਂ ਉਹੀ ਟਿਕ ਕਰਨਾ ਹੈ। ਸੋ ਤੁਸੀਂ ਉਸ ਥੀਮ ਨੂੰ ਉਹ ਸੈਂਟੈਂਸ ਕਹਿ ਕੀ ਰਿਹਾ ਉਹਨੂੰ ਪੜ੍ਹ ਕੇ ਉਹਦੇ ਚੋਂ ਹਿੰਟ ਲੱਭਣ ਦੀ ਕੋਸ਼ਿਸ਼ ਕਰੋ। ਫਿਰ ਸਭ ਤੋਂ ਇੰਪੋਰਟੈਂਟ ਚੀਜ਼ ਪਲੱਸ ਐਂਡ ਮਾਈਨਸ, ਮਤਲਬ ਕਿ ਤੁਸੀਂ ਸੈਂਟੈਂਸ ਚੋਂ ਪੋਜ਼ਿਟਿਵ ਤੇ ਨੈਗੇਟਿਵ ਗੱਲਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰੋ। ਮਤਲਬ ਕਿ ਤੁਸੀਂ ਇਹ ਦੇਖਣਾ ਵੀ ਜਿਹੜਾ ਇਹ ਸੈਂਟੈਂਸ ਹੈ ਇਹ ਕੋਈ ਪੋਜ਼ਿਟਿਵ ਗੱਲ ਕਰ ਰਿਹਾ ਜਾਂ ਫਿਰ ਕੋਈ ਨੈਗੇਟਿਵ ਗੱਲ ਕਰ ਰਿਹਾ। ਸੋ ਤੁਹਾਡਾ ਜਿਹੜਾ ਜਵਾਬ ਹੋਊਗਾ ਜੇ ਤਾਂ ਜਿਵੇਂ ਕੋਈ ਪੋਜ਼ਿਟਿਵ ਇੰਪੈਕਟ ਦੀ ਕਿਸੇ ਦੀ ਗੱਲ ਕਰ ਰਿਹਾ ਹੈ ਵੀ ਜਿਵੇਂ ਫॉर एग्जांपल ਮੰਨ ਲਓ ਕਿ ਜੇ ਆਪਾਂ ਜ਼ਿਆਦਾ ਰੁੱਖ ਲਗਾਵਾਂਗੇ एफॉरेस्टेशन ਹੋਊਗੀ ਤਾਂ ਉਹਦੇ ਨਾਲ এনवायरमेंट ਵਧੀਆ ਹੋਊਗਾ। ਸੋ ਇਹ ਪੋਜ਼ਿਟਿਵ ਚੀਜ਼ ਹੈ। ਸੋ ਤੁਸੀਂ ਆਪਸ਼ਨਸ ਦੇ ਵਿੱਚੋਂ ਫਟਾਫਟ ਜੋ ਵੀ ਨੈਗੇਟਿਵ ਵਰਡ ਹੋਣਗੇ ਉਹਨਾਂ ਨੂੰ ਕੱਟ ਕਰਕੇ ਜੋ ਤੁਹਾਨੂੰ ਇਹਦੇ ਨਾਲ ਮਿਲਦਾ ਜੁਲਦਾ ਪੋਜ਼ਿਟਿਵ ਆਪਸ਼ਨ ਲੱਗੂ ਉਹ ਟਿਕ ਕਰ ਦੋਗੇ। ਮਾਈਨਸ ਦਾ ਮਤਲਬ ਹੈ ਜੇ ਕੋਈ ਨੈਗੇਟਿਵ ਗੱਲ ਕੀਤੀ ਹੋਈ ਹੈ ਤਾਂ ਤੁਸੀਂ ਉਸੇ ਤਰ੍ਹਾਂ ਦਾ ਨੈਗੇਟਿਵ ਵਰਡ ਲੱਭਣ ਦੀ ਕੋਸ਼ਿਸ਼ ਕਰੋਗੇ। ਦੈਨ ਸਟਰਕਚਰ ਵਰਡਸ, ਮਤਲਬ ਤੁਸੀਂ ਆਪਣੇ ਵਰਡਸ ਨੂੰ ਵਿੱਚ ਫਿੱਟ ਕਰਕੇ ਦੇਖੋ, ਵਿਜ਼ੂਅਲਾਈਜ਼ ਕਰੋ। ਤੁਸੀਂ ਜਦੋਂ ਆਪਸ਼ਨ ਚੂਜ਼ ਕਰ ਲਈ, ਤੁਹਾਨੂੰ ਇੱਕ ਆਪਸ਼ਨ ਠੀਕ ਲੱਗ ਰਹੀ ਹੈ, ਤੁਸੀਂ ਉਹਨੂੰ ਆਨਸਰ ਦੇ ਵਿੱਚ ਪਾ ਕੇ ਬੋਲ ਕੇ ਪੜ੍ਹ ਕੇ ਕੋਸ਼ਿਸ਼ ਕਰੋ ਦੇਖਣ ਦੀ ਕਿ ਮੈਂ ਜੋ ਵਿੱਚ ਵਰਡ ਪਾਇਆ ਉਹ ਠੀਕ ਲੱਗ ਰਿਹਾ ਜਾਂ ਫਿਰ ਗਲਤ ਲੱਗ ਰਿਹਾ। ਸ਼ੋਰਿਟੀ ਕਿਸੇ ਨੂੰ ਨਹੀਂ ਹੁੰਦੀ, ਸਿਰਫ ਤੁਸੀਂ ਆਪਣਾ 100% ਦੇ ਕੇ ਇੱਕ ਆਨਸਰ ਚੋਂ ਆਪਸ਼ਨਸ ਨੂੰ ਕਿਵੇਂ ਕੱਢ ਦਿਓ, this thing matters the most। ਸੋ ਹੁਣ ਮੈਂ ਤੁਹਾਨੂੰ ਜਿਵੇਂ ਐਗਜ਼ਾਮ ਦੇ ਵਿੱਚ ਐਜ਼ ਇਟ ਇਜ਼ ਕੁਐਸਚਨਸ ਆਉਂਦੇ ਨੇ ਉਸੇ ਤਰ੍ਹਾਂ ਦੇ ਕੁਐਸਚਨਸ ਦੀ ਐਗਜ਼ਾਮਪਲ ਦੇ ਕੇ ਸਮਝਾਉਂਗੀ। ਸੋ ਤੁਸੀਂ ਪਹਿਲਾਂ ਕੁਐਸਚਨ ਪੜ੍ਹਨਾ ਹੈ। 4 options A, B, C, D are given under each sentence. You are required to select the most suitable alternative to fill in the blanks and make it meaningful। ਕਹਿੰਦੇ 4 ਆਪਸ਼ਨਾਂ ਨੇ A, B, C, D, ਤੁਸੀਂ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਵਰਡ ਸਭ ਤੋਂ ਜ਼ਿਆਦਾ ਸੂਟੇਬਲ ਲੱਗਦੇ ਨੇ, ਸਹੀ ਲੱਗਦੇ ਨੇ ਇਸ ਸੈਂਟੈਂਸ ਦਾ ਅਸਲੀ ਮੀਨਿੰਗ ਕੱਢਣ ਦੇ ਲਈ ਉਸ ਵਰਡਸ ਤੁਸੀਂ ਚੁਣੋ। ਸੋ ਪਹਿਲੀ ਐਗਜ਼ਾਮਪਲ ਹੈ behaving in a dash and serious way even in a dash situation makes people respect you। ਹੁਣ ਦੇਖੋ ਪਹਿਲੀ ਤਾਂ ਗੱਲ ਆ ਗਈ ਬਿਹੇਵਿੰਗ, ਤੁਸੀਂ ਬਿਹੇਵਿੰਗ ਵਰਡ ਦੇਖ ਲਓ ਕਿ ਕਿਸੇ ਦੀ ਕੋਈ ਨੇਚਰ ਦੀ ਗੱਲ ਹੋ ਰਹੀ ਹੈ, ਕਿਸੇ ਦੇ ਸੁਭਾਅ ਦੀ ਗੱਲ ਹੋ ਰਹੀ ਹੈ। ਸੋ ਸਭ ਤੋਂ ਪਹਿਲਾਂ ਕਹਿੰਦੇ ਰਿਸਪੈਕਟ ਵਰਡ ਚੱਕ ਲਓ। ਹੁਣ ਤੁਸੀਂ ਬਿਹੇਵਿੰਗ ਦੇਖ ਲਿਆ, ਰਿਸਪੈਕਟ ਦੇਖ ਲਿਆ। ਰਿਸਪੈਕਟ ਕੀ ਹੈ? ਇੱਕ ਪੋਜ਼ਿਟਿਵ ਵਰਡ ਹੈ। ਸੋ ਤੁਸੀਂ ਕਿਸੇ ਦੇ ਸੁਭਾਅ ਦੇ ਨਾਲ ਜਦੋਂ ਇੱਕ ਰਿਸਪੈਕਟ ਲਗਾਉਂਦੇ ਹੋ, ਪੋਜ਼ਿਟਿਵ ਵਰਡ ਲਗਾਉਂਦੇ ਹੋ ਤਾਂ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾ ਅੱਖਰ ਕਿਹੜਾ ਆਉਂਦਾ? ਕਿਸੇ ਦੇ ਸੁਭਾਅ ਨੂੰ ਲੈ ਕੇ ਆਪਾਂ ਕਹਿੰਦੇ ਕਿ ਉਹ ਬੰਦਾ ਬੜਾ ਨਰਮੀ ਵਾਲਾ ਹੈ। ਜਿਹੜਾ ਬੰਦਾ ਨਰਮੀ ਵਾਲਾ ਹੁੰਦਾ ਉਹ ਬਹੁਤ ਵਾਰੀ ਰਿਸਪੈਕਟ, ਲੋਕਾਂ ਦੀ ਇੱਜ਼ਤ ਹੈ ਜਿਹੜੀ ਉਹ ਹਾਸਿਲ ਕਰਦਾ ਹੈ।
ਸੋ ਤੁਹਾਨੂੰ ਆਪਸ਼ਨਸ ਵੀ ਦੇਖਣ ਦੀ ਲੋੜ ਨਹੀਂ, ਤੁਹਾਡਾ ਆਨਸਰ ਸਿੱਧਾ ਸਿੱਧਾ ਤੁਹਾਨੂੰ ਮਿਲ ਜੂ। ਆਪਸ਼ਨ ਏ ਉਰੇ ਬਿਲਕੁਲ ਸਹੀ ਸੂਟੇਬਲ ਬੈਠ ਰਿਹਾ। ਹੁਣ ਤੁਸੀਂ ਇਹਨੂੰ ਫਿਟ ਕਰਕੇ ਦੇਖ ਲਓ। ਬਿਹੇਵਿੰਗ ਇਨ ਅ ਕਾਮ and serious way even in a difficult situation। ਸੋ ਕਹਿੰਦੇ ਜੇ ਇੱਕ ਬੰਦਾ ਨਰਮੀ ਦੇ ਨਾਲ, ਸ਼ਾਂਤੀ ਦੇ ਨਾਲ ਕਿਸੇ ਮੁਸ਼ਕਿਲ ਸਿਚੁਏਸ਼ਨ ਦੇ ਵਿੱਚ ਬਿਹੇਵ ਕਰ ਰਿਹਾ ਹੈ ਤਾਂ ਉਹ ਬੰਦਾ ਲੋਕਾਂ ਦੀ ਬਹੁਤ ਜ਼ਿਆਦਾ ਇੱਜ਼ਤ ਹਾਸਿਲ ਕਰਦਾ ਹੈ। ਸੋ ਹੋਰ ਉਰੇ ਜਿੰਨੇ ਵੀ ਆਪਸ਼ਨਸ ਨੇ ਉਹ ਕੋਈ ਵੀ ਸੂਟੇਬਲ ਨਹੀਂ ਬੈਠ ਰਹੇ। ਹੁਣ ਆਪਾਂ ਕਨਫਿਊਜ਼ ਹੋਣ ਦੇ ਲਈ ਜੇ ਇੱਕ ਇੱਕ ਵਰਡ ਨੂੰ ਵਿੱਚ ਪਾ ਕੇ ਦੇਖਾਂਗੇ ਤਾਂ ਉੱਥੇ ਨਾਲੇ ਤਾਂ ਤੁਹਾਡੇ ਟਾਈਮ ਦੀ ਵੇਸਟੇਜ ਹੈ, ਨਾਲੇ ਤੁਹਾਨੂੰ ਬਹੁਤ ਹੀ ਜ਼ਿਆਦਾ ਕਨਫਿਊਜ਼ਨ ਹੋ ਜਾਊਗਾ। ਸੋ ਤੁਸੀਂ ਕੀ ਕਰਨਾ, ਮੈਂ ਜੋ ਤੁਹਾਨੂੰ ਰੂਲਸ ਪੜ੍ਹਾ ਰਹੀ ਹਾਂ ਉਹਦੇ ਮੁਤਾਬਿਕ ਤੁਸੀਂ ਪ੍ਰੈਕਟਿਸ ਕਰਕੇ ਦੇਖੋ। ਮੈਨੂੰ ਲੱਗਦਾ ਕਿ ਤੁਸੀਂ ਸਾਰੇ ਆਨਸਰਸ ਈਜ਼ੀਲੀ ਕ੍ਰੈਕ ਕਰ ਸਕਦੇ ਹੋ। ਸੋ ਜਿਵੇਂ ਉਰੇ ਆਪਾਂ ਨੇ ਬਿਹੇਵ ਤੇ ਰਿਸਪੈਕਟ ਵਰਡ ਕੱਢ ਲਿਆ, ਉਸੇ ਤਰ੍ਹਾਂ ਹੁਣ ਆਪਾਂ ਨੇ ਸਾਰੇ ਦੇ ਸਾਰੇ ਆਪਸ਼ਨਸ ਨੂੰ, ਕੁਐਸਚਨਸ ਨੂੰ ਇਸੇ ਤਰ੍ਹਾਂ ਅਟੈਂਪਟ ਕਰਕੇ ਦੇਖਣਾ। ਸੋ ਨੈਕਸਟ ਆਉਂਦਾ, the government has dash to provide financial aid to the ones dash by severe floods in the city। ਸੋ ਹੁਣ ਤੁਸੀਂ ਦੇਖੋ, ਪਹਿਲੀ ਤਾਂ ਉਰੇ ਚੀਜ਼ ਆ ਗਈ ਸਰਕਾਰ, ਗਵਰਨਮੈਂਟ, ਦੂਜਾ ਵਰਡ ਆ ਗਿਆ ਪੈਸੇ ਦੀ ਮਦਦ, ਤੀਜਾ ਆ ਗਿਆ ਫਲੱਡਸ। ਸੋ ਹੁਣ ਤੁਸੀਂ ਇਹਨਾਂ ਸਾਰੇ ਵਰਡਸ ਦੇ ਵਿੱਚੋਂ ਇਹ ਦੇਖੋ ਕਿ ਸਰਕਾਰ ਕਿਸੇ ਦੀ ਪੈਸੇ ਦੀ ਮਦਦ, ਜਦੋਂ ਵੀ ਹੜ੍ਹ ਵਗੈਰਾ ਆਉਂਦੇ ਨੇ ਤਾਂ ਕੀ ਕਰਦੀ ਹੈ, ਸਰਕਾਰ ਪ੍ਰੋਮਿਸ ਕਰਦੀ ਹੈ, ਸਰਕਾਰ ਲੋਕਾਂ ਨੂੰ ਵਾਅਦਾ ਕਰਦੀ ਹੈ। ਇਹੀ ਸਰਕਾਰ ਦਾ ਕੰਮ ਹੈ ਕਿ ਉਹ ਜਿੱਥੇ ਵੀ ਹੜ੍ਹ ਆਉਣ ਉੱਥੇ ਪੈਸੇ ਦੀ ਮਦਦ ਕਰੇ। ਸੋ ਹੁਣ ਇਹ ਸਾਰੇ ਆਪਸ਼ਨਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਸੂਟੇਬਲ ਕਿਹੜਾ ਵਰਡ ਆ ਰਿਹਾ ਹੈ? ਆਪਸ਼ਨ ਸੀ, the government has failed to provide financial aid to the ones affected। ਸੋ ਕਹਿੰਦੇ ਸਰਕਾਰ ਲੋਕਾਂ ਨੂੰ ਜਿਹੜਾ ਉਹਨੇ ਵਾਅਦਾ ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਕਰ ਪਾਈ। ਉਹ ਲੋਕਾਂ ਨੂੰ ਜਿੱਥੇ ਹੜ੍ਹ ਨਾਲ ਅਫੈਕਟਡ ਲੋਕ ਰਹਿੰਦੇ ਨੇ, ਉਹ ਸਿਟੀਜ਼ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਫਲੱਡਸ ਆਏ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਵਰਡਸ ਨੂੰ ਵਿੱਚ ਪਾ ਕੇ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਉਹਨਾਂ ਨੂੰ ਇੱਕ ਪੰਜਾਬੀ ਚ ਮਤਲਬ ਕੱਢ ਕੇ ਦੇਖੋ ਕਿ ਮੇਰੀ ਜਿਹੜੀ ਗੱਲ ਹੈ, ਮੇਰੇ ਜਿਹੜੇ ਅੱਖਰ ਮੈਂ ਵਿੱਚ ਫਿੱਟ ਕੀਤੇ ਨੇ ਉਹ ਠੀਕ ਤਰ੍ਹਾਂ ਦੇ ਨਾਲ ਇੱਕ ਸਹੀ ਮੀਨਿੰਗਫੁਲ ਸੈਂਟੈਂਸ ਬਣਾ ਰਹੇ ਨੇ ਜਾਂ ਫਿਰ ਨਹੀਂ ਬਣਾ ਰਹੇ। ਸੋ ਉਸ ਤੋਂ ਬਾਅਦ ਨੈਕਸਟ ਹੈ ਡੀਮਡ ਯੂਨੀਵਰਸਿਟੀਜ਼ ਡੈਸ਼ ਹਿਊਜ ਫੀਸ। ਸੋ ਪਹਿਲੀ ਗੱਲ ਆ ਗਈ ਫੀਸ, ਯੂਨੀਵਰਸਿਟੀ। ਸੋ ਤੁਹਾਨੂੰ ਬਿਨਾਂ ਦੇਖੇ ਪਹਿਲਾ ਵਰਡ ਆਉਂਦਾ ਕਿ ਯੂਨੀਵਰਸਿਟੀਆਂ ਜਦੋਂ ਆਪਣੇ ਤੋਂ ਫੀਸ ਲੈਂਦੀਆਂ ਨੇ ਤਾਂ ਆਪਾਂ ਕਹਿੰਦੇ ਆ ਫੀਸ ਚਾਰਜ ਕਰਦੀਆਂ ਨੇ, but have not been successful in providing dash education। ਸੋ ਐਜੂਕੇਸ਼ਨ ਦੀ ਆਪਾਂ ਜਦੋਂ ਗੱਲ ਕਰਦੇ ਆ, ਪੜ੍ਹਾਈ ਦੀ, ਆਪਾਂ ਇਹ ਕਹਿੰਦੇ ਆ ਵੀ ਪੈਸੇ, ਇੰਨੇ ਪੈਸੇ ਲਗਾਏ ਦਾ ਤਾਂ ਹੀ ਫਾਇਦਾ ਜੇ ਤੁਹਾਨੂੰ ਵਧੀਆ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਹੈ। ਸੋ ਉਰੇ ਤੁਹਾਡੇ ਦੋਨੋਂ ਆਨਸਰ ਨੇ, ਜਿਹੜੇ ਦੋਨੋਂ ਵਰਡਸ ਨੇ, ਉਹ ਇਸ ਸੈਂਟੈਂਸ ਦਾ ਮੀਨਿੰਗ ਕੱਢਣ ਦੇ ਨਾਲ ਹੀ, ਇਹਨੂੰ ਵਿਜ਼ੂਅਲਾਈਜ਼ ਕਰਨ ਦੇ ਨਾਲ ਹੀ, ਇਹਨੂੰ ਪੂਰੀ ਤਰ੍ਹਾਂ ਇਹਦੇ ਚੋਂ ਤੁਸੀਂ ਜੋ ਮੇਨ ਵਰਡਸ ਨੇ ਉਹਨਾਂ ਨੂੰ ਕੱਢ ਕੇ ਹੀ ਤੁਹਾਨੂੰ ਇਹਦਾ ਆਨਸਰ ਤਿਆਰ ਮਿਲ ਰਿਹਾ। ਸੋ ਤੁਹਾਨੂੰ ਆਪਸ਼ਨਸ ਵੀ ਦੇਖਣ ਦੀ ਲੋੜ ਨਹੀਂ, ਸਿੱਧਾ ਜਿੱਥੇ ਤੁਹਾਡਾ ਸਭ ਤੋਂ ਸੂਟੇਬਲ ਵਰਡ ਪਿਆ ਤੁਸੀਂ ਉਹਨੂੰ ਚੱਕੋ, ਵਿੱਚ ਫਿੱਟ ਕਰੋ, ਫਿਰ ਪੰਜਾਬੀ ਚ ਬੋਲ ਕੇ ਦੇਖ ਲਓ। ਸੋ ਡੀਮਡ ਯੂਨੀਵਰਸਿਟੀਜ਼ charge huge fees but have not been successful in providing quality education। ਸੋ ਐਗਜ਼ਾਮ ਦੇ ਵਿੱਚ ਤੁਸੀਂ ਕਦੇ ਵੀ ਡਰਨਾ ਨਹੀਂ ਹੈ। ਤੁਸੀਂ ਸਭ ਤੋਂ ਪਹਿਲਾਂ, ਜੇ ਤੁਹਾਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕਿਹੜੀ ਆਪਸ਼ਨ ਟਿਕ ਕਰਨੀ ਹੈ, ਤੁਸੀਂ ਵਿੱਚੋਂ ਇੱਕ ਦੋ ਵੱਡੇ ਵੱਡੇ ਜੋ ਤੁਹਾਨੂੰ ਲੱਗ ਰਿਹਾ ਕਿ ਭਾਰੀ ਵਰਡ ਨੇ ਜਿਨ੍ਹਾਂ ਦੇ ਨਾਲ ਇਸ ਸੈਂਟੈਂਸ ਦਾ ਮਤਲਬ ਕੱਢਿਆ ਜਾ ਸਕਦਾ ਹੈ, ਉਹਨਾਂ ਵਰਡਸ ਨੂੰ ਚੱਕੋ, ਆਪਸ਼ਨਸ ਦੇ ਨਾਲ ਮਿਲਾ ਕੇ ਦੇਖੋ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਸ਼ਨਸ ਵੀ ਨਾ ਦੇਖੋ, ਤੁਸੀਂ ਪੰਜਾਬੀ ਵਿੱਚ ਅੱਖਰ ਫਿੱਟ ਕਰਕੇ ਦੇਖੋ। ਸੋ ਫਿਰ ਦੇਖੋ ਆਪਸ਼ਨਸ ਦੇ ਵਿੱਚ ਕਿ ਉਹਨਾਂ ਪੰਜਾਬੀ ਵਾਲੇ ਵਰਡਸ ਦੀ ਇੰਗਲਿਸ਼ ਕਿਹੜੇ ਵਰਡਸ ਚੋਂ ਨਿਕਲ ਰਹੀ ਹੈ। ਫਿਰ ਲਾਸਟ ਆਉਂਦਾ ਆਪਣਾ along with a sharp rise in dash a recession would eventually result in more men, women, children living in dash। ਹੁਣ ਉਰੇ ਆ ਗਿਆ ਵਰਡ ਪਹਿਲਾ rise, ਫਿਰ ਆ ਗਿਆ recession। ਸੋ ਹੁਣ ਕਹਿੰਦੇ ਉਰੇ ਕਿਸੇ ਚੀਜ਼ ਦਾ ਕੰਪੈਰੀਜ਼ਨ ਹੋ ਰਿਹਾ, ਤੁਸੀਂ ਐਵੇਂ ਵਰਡਸ ਨੂੰ ਲੱਭਣਾ। ਉਰੇ ਕਿਉਂਕਿ more ਵਰਡ ਆ ਗਿਆ, more, more than, ਇਹ ਵਰਡਸ ਕਿੱਥੇ ਯੂਜ਼ ਕੀਤੇ ਜਾਂਦੇ ਨੇ? ਜਿੱਥੇ ਕਿਸੇ ਸਿਚੁਏਸ਼ਨ ਦਾ ਕੰਪੈਰੀਜ਼ਨ ਕੀਤਾ ਹੋਵੇ। ਸੋ ਰਿਸੈਸ਼ਨ ਤੁਸੀਂ ਦੇਖਣਾ ਫਟਾਫਟ ਕਿ ਰਿਸੈਸ਼ਨ ਦਾ ਮਤਲਬ ਹੈ ਆਰਥਿਕ।
ਸੋ ਰਿਸੈਸ਼ਨ ਕਦੋਂ ਨਿਕਲ ਕੇ ਆਉਂਦਾ, ਜੋ ਸੋਸਾਇਟੀ ਦੇ ਵਿੱਚ ਡਿਪਰੈਸ਼ਨ, ਰਿਸੈਸ਼ਨ, ਜਦੋਂ ਮੰਦੀ ਦੀ ਹਾਲਤ ਹੋਵੇ, ਸੋ ਉਦੋਂ ਇਹ ਵਰਡਸ ਨਿਕਲ ਕੇ ਆਉਂਦੇ ਨੇ। ਸੋ ਤੁਸੀਂ ਕੀ ਕਰਨਾ ਹੈ, ਫਟਾਫਟ ਆਪਸ਼ਨਸ ਦੇ ਵਿੱਚੋਂ ਚੈੱਕ ਕਰਨਾ ਹੈ ਵੀ ਕਿਹੜੀਆਂ ਸਭ ਤੋਂ ਦੋ ਇੰਪੋਰਟੈਂਟ ਮੈਨੂੰ ਸਿਚੁਏਸ਼ਨ ਲੱਗ ਰਹੀਆਂ ਨੇ ਜਿਨ੍ਹਾਂ ਦੇ ਨਾਲ ਇਹ ਜਿਹਾ ਮਾਹੌਲ, ਇਹ ਜਿਹੀ ਆਰਥਿਕ ਹਾਲਤ ਹੋ ਰਹੀ ਹੈ ਦੇਸ਼ ਦੀ ਵੀ ਬੱਚਿਆਂ ਦੇ ਉੱਤੇ, ਮੈਨ ਦੇ ਉੱਤੇ, ਵਿਮਨ ਸਾਰਿਆਂ ਦੇ ਉੱਤੇ ਅਸਰ ਪੈ ਰਿਹਾ। ਸੋ ਉਹ ਦੋ ਚੀਜ਼ਾਂ ਨੇ, ਅਨਐਮਪਲੋਇਮੈਂਟ, ਬੇਰੁਜ਼ਗਾਰੀ ਤੇ ਗਰੀਬੀ। ਸੋ ਸਿੱਧਾ ਤੁਹਾਡਾ ਸਾਫ਼ ਸਿੰਪਲ ਆਨਸਰ ਨਿਕਲ ਰਿਹਾ ਹੈ। ਜੇ ਤੁਸੀਂ ਕੁਐਸਚਨ ਨੂੰ ਸਮਝ ਸਕਦੇ ਹੋ ਪੇਪਰ ਦੇ ਵਿੱਚ ਬਿਨਾਂ ਕਾਲੀ ਕੀਤੇ ਤਾਂ 100% ਤੁਹਾਡਾ ਉੱਥੇ ਆਨਸਰ ਹੈ ਜਿਹੜਾ ਉਹ ਸਹੀ ਹੋਊਗਾ। ਸੋ sharp rise in unemployment, a recession would eventually result in more men, women and children living in poverty। ਸੋ ਕਹਿੰਦੇ ਜੇ ਜ਼ਿਆਦਾ ਬੇਰੁਜ਼ਗਾਰੀ ਹੋ ਤਾਂ ਕੀ ਹੋਊਗਾ, ਜ਼ਿਆਦਾ ਗਰੀਬੀ ਆਉਣ ਦੇ ਚਾਂਸਸ ਨੇ। ਸੋ ਹੁਣ ਉਰੇ ਜੇ ਤੁਸੀਂ ਆ ਬਾਕੀ ਆਪਸ਼ਨਸ ਲਗਾਉਣ ਦੀ ਕੋਸ਼ਿਸ਼ ਕਰੋ, ਕ੍ਰਾਈਮ ਲਗਾਉਣ ਦੀ ਕੋਸ਼ਿਸ਼ ਕਰੋ, ਤਾਂ ਕ੍ਰਾਈਮ ਦਾ ਸਿੱਧਾ ਰਿਸੈਸ਼ਨ ਦੇ ਨਾਲ ਕੋਈ ਲਿੰਕ ਨਹੀਂ ਹੈ। ਸੋ ਉਸ ਤੋਂ ਬਾਅਦ ਡੈਥ ਦਾ ਰਿਸੈਸ਼ਨ ਦੇ ਨਾਲ ਕੋਈ ਲਿੰਕ ਨਹੀਂ ਹੈ। ਰਿਸੈਸ਼ਨ ਕਦੋਂ ਹੁੰਦੀ ਹੈ, ਜਦੋਂ ਨੌਕਰੀਆਂ ਜਾਂਦੀਆਂ ਨੇ। ਸੋ ਤੁਸੀਂ ਐਵੇਂ ਪਹਿਲਾਂ ਵਰਡ ਜਿਹੜੇ ਤੁਹਾਡੇ ਕੋਲ ਹੈਗੇ ਨੇ ਕੁਐਸਚਨ, ਉਹਨਾਂ ਦੇ ਮਤਲਬ ਲੱਭਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਆਨਸਰ ਆਪਣੇ ਆਪ ਤਿਆਰ ਮਿਲਣਗੇ। ਸੋ ਹੁਣ ਆਉਂਦਾ ਆਪਣਾ ਦੂਜਾ ਟੌਪਿਕ ਕਿ ਆਪਾਂ ਨੇ ਕਿਸੇ ਸੈਂਟੈਂਸ ਚੋਂ ਇਹ ਕਿਵੇਂ ਦੇਖਣਾ ਵੀ ਇਹ ਸੈਂਟੈਂਸ ਗਲਤ ਹੈ ਜਾਂ ਸਹੀ ਹੈ, ਐਰਰ ਡਿਟੈਕਸ਼ਨ। ਸੋ ਇਹਦੇ ਪਹਿਲਾਂ ਮੈਂ ਤੁਹਾਨੂੰ ਵੈਸੇ ਹੀ ਜਨਰਲ ਦੋ ਐਗਜ਼ਾਮਪਲਸ ਦਿੱਤੀਆਂ ਨੇ, ਇਹ ਕੋਈ ਐਕਸਕਲੂਸਿਵ ਰੂਲਸ ਨਹੀਂ ਹੈ। ਇਹਦੀ ਜਿਹੜੀ ਤੁਸੀਂ ਮੇਨ ਪ੍ਰੈਕਟਿਸ ਕਰਕੇ ਹੀ ਦੇਖ ਸਕਦੇ ਹੋ। ਜੇ ਤੁਹਾਨੂੰ ਨਾਰਮਲ ਬੇਸਿਕ ਗ੍ਰਾਮਰ ਦੇ ਜੋ ਵੀ ਰੂਲਸ ਨੇ ਉਹ ਪਤਾ ਨੇ ਤਾਂ ਤੁਸੀਂ ਐਰਰ ਡਿਟੈਕਸ਼ਨ ਦੇ ਵਿੱਚ ਕਦੇ ਵੀ ਗਲਤੀ ਨਹੀਂ ਕਰੋਗੇ। ਸੋ ਪਹਿਲਾਂ ਆਪਾਂ ਦੇਖ ਲੈਣਾ ਕਿ ਦੋ ਬੇਸਿਕ ਜੇ ਰੂਲ ਕੀ ਨੇ। ਕਹਿੰਦੇ ਜਿੱਥੇ ਵੀ ਦੋ ਜਾਂ ਦੋ ਤੋਂ ਜ਼ਿਆਦਾ ਸਿੰਗੂਲਰ ਚੀਜ਼ਾਂ ਦੀ ਗੱਲ ਹੋ ਰਹੀ ਹੈ ਉਹ ਹਮੇਸ਼ਾ ਆਪਸ ਦੇ ਵਿੱਚ ਕਨੈਕਟ ਹੁੰਦੇ ਨੇ ਪਲੂਰਲ ਫਾਰਮ ਦੇ ਨਾਲ। ਸੋ ਜਿੱਥੇ ਦੋ ਤੋਂ ਜ਼ਿਆਦਾ ਸਿੰਗੂਲਰ ਚੀਜ਼ਾਂ ਕਿਸੇ ਕਨੈਕਟਰ ਦੇ ਨਾਲ ਜੁੜੀਆਂ ਹੋਣ, ਐਂਡ ਦੇ ਨਾਲ, ਤਾਂ ਉੱਥੇ ਕਹਿੰਦੇ ਜਿਹੜਾ ਵਿੱਚ ਇੱਕ ਵਰਡ ਯੂਜ਼ ਕੀਤਾ ਜਾਂਦਾ ਹੈ ਟੈਂਸ, ਵਰਬ, ਉਹ ਹਮੇਸ਼ਾ ਪਲੂਰਲ ਹੁੰਦਾ। ਇਹਦਾ ਐਗਜ਼ਾਮਪਲ ਲੈ ਕੇ ਦੇਖੋ, ਹਰੀ ਐਂਡ ਰਾਮ ਇਜ਼ ਹੇਅਰ। ਸੋ ਉਰੇ ਐਂਡ ਆ ਗਿਆ, ਇੱਕ ਹਰੀ ਦੂਜਾ ਰਾਮ, ਦੋ ਬੰਦੇ ਬਣ ਗਏ ਇਹ। ਆਪਾਂ ਨੂੰ ਦੇਖਣ ਨੂੰ ਤਾਂ ਐਵੇਂ ਲੱਗ ਰਿਹਾ, ਆਪਾਂ ਬਹੁਤ ਵਾਰੀ ਗਲਤੀ ਕਰਦੇ ਆ, ਆਪਾਂ ਨੂੰ ਲੱਗਦਾ ਕਿ ਰਾਮ ਇੱਕ ਸਿੰਗੂਲਰ ਪਰਸਨ ਆ। ਆਪਾਂ ਇਹ ਨਹੀਂ ਦੇਖਦੇ ਕਿ ਰਾਮ ਹਰੀ ਦੇ ਨਾਲ ਜੁੜਿਆ ਹੋਇਆ ਹੈ। ਐਂਡ ਵਰਡ ਹੈ ਜਿਹੜਾ ਇਹਨਾਂ ਦੋਨਾਂ ਨੂੰ ਜੋੜ ਕੇ ਸਿੰਗੂਲਰ ਤੋਂ ਪਲੂਰਲ ਚੀਜ਼ ਬਣਾ ਰਿਹਾ ਹੈ। ਇਹੀ ਕਾਰਨ ਹੈ ਵੀ ਇਹ ਜਿਹੜਾ ਇਜ਼ ਹੈ ਇਹ ਗਲਤ ਹੈ, ਇਸ ਦੀ ਜਗ੍ਹਾ ਤੇ ਉਰੇ ਆਊਗਾ ਆਰ। ਸੋ ਇਹ ਤਾਂ ਬਹੁਤ ਕਾਮਨ ਕੁਐਸਚਨ ਹੈ, ਜਦੋਂ ਵੀ ਐਰਰ ਡਿਟੈਕਸ਼ਨ ਦਾ ਕੁਐਸਚਨ ਆਉਂਦਾ ਪੇਪਰ 'ਚ ਇੱਕ ਅੱਧਾ ਕੁਐਸਚਨ ਤਾਂ ਹਮੇਸ਼ਾ ਇਸੇ ਤਰ੍ਹਾਂ ਦੀ ਫਾਰਮ ਦਾ ਹੁੰਦਾ। ਫਿਰ ਹੁਣ ਦੂਜੀ ਐਗਜ਼ਾਮਪਲ ਲੈ ਕੇ ਦੇਖ ਲਓ, no is followed by how, where, when, why। ਸੋ ਕਹਿੰਦੇ ਜਿੱਥੇ ਵੀ no ਵਰਡ ਆ ਜਾਵੇ ਉਹਦੇ ਨਾਲ ਅੱਗੇ ਹਮੇਸ਼ਾ ਇਹਨਾਂ ਚਾਰਾਂ ਵਰਡਸ ਚੋਂ ਇੱਕ ਵਰਡ ਲੱਗਦਾ ਹੈ। ਐਗਜ਼ਾਮਪਲ, I know to write a letter। ਮੈਨੂੰ ਪਤਾ ਲੈਟਰ ਲਿਖਣੀ ਹੈ। ਇਹ ਸੈਂਟੈਂਸ ਗਲਤ ਹੈ। ਆਪਾਂ ਪੰਜਾਬੀ 'ਚ ਕੀ ਬੋਲਦੇ ਹੁੰਦੇ ਆ, ਮੈਨੂੰ ਪਤਾ ਹੈ ਲੈਟਰ ਕਿਵੇਂ ਲਿਖਣੀ ਹੈ। ਉਹ ਕਿਵੇਂ ਆ ਗਿਆ, ਹਾਊ। ਸੋ ਇਹਦਾ ਸਹੀ ਕਰੈਕਟ ਜਿਹੜਾ ਸੈਂਟੈਂਸ ਹੈ ਉਹ ਹੋਊਗਾ I know how to write a letter। ਸੋ ਤੁਸੀਂ ਐਰਰ ਡਿਟੈਕਸ਼ਨ ਦੇ ਵਿੱਚ ਵੀ ਹਮੇਸ਼ਾ ਸੈਂਟੈਂਸ ਨੂੰ ਪਹਿਲਾਂ ਜੋ ਤੁਹਾਡੀ ਆਪਣੀ ਭਾਸ਼ਾ ਹੈ, ਆਸਾਨ ਭਾਸ਼ਾ ਹੈ, ਉਹਦੇ ਵਿੱਚ ਬਦਲ ਕੇ ਦੇਖੋ, ਤੁਹਾਨੂੰ ਗਲਤੀ ਆਪਣੇ ਆਪ ਲੱਭ ਜੂ। ਤੇ ਸਭ ਤੋਂ ਜ਼ਰੂਰੀ ਦੀ ਚੀਜ਼ ਐਰਰ ਡਿਟੈਕਸ਼ਨ ਰੂਲਸ ਦੇ ਅੰਦਰ ਤੁਸੀਂ ਮੇਨ ਜਿਹੜੀਆਂ ਚੀਜ਼ਾਂ ਤਿਆਰ ਕਰਕੇ ਜਾਣੀਆਂ ਨੇ ਪੇਪਰ ਲਈ ਉਹ ਹੈ ਵਰਬ ਦੀਆਂ ਫਾਰਮਾਂ, ਟੈਂਸ ਦੇ ਰੂਲ, ਕਨੈਕਟਰ ਵੀ ਕਿੱਥੇ ਐਂਡ ਲੱਗਿਆ ਕਿੱਥੇ ਬਟ ਲੱਗਿਆ, ਏ ਐਂਡ ਦਾ, ਆਰਟੀਕਲਸ, ਪ੍ਰੈਪੋਜੀਸ਼ਨਾਂ, ਤੇ ਕਿੱਥੇ ਕੁਐਸਚਨ ਪੁੱਛਿਆ। ਫॉर ਐਗਜ਼ਾਮਪਲ ਕਿਤੇ ਸਟਾਰਟਿੰਗ 'ਚ ਵੈਨ ਪੁੱਛਿਆ ਹੁੰਦਾ ਸਿੰਪਲ, ਕੋਈ ਤੁਹਾਨੂੰ ਸੈਂਟੈਂਸ ਦਿੱਤਾ ਸਟਾਰਟਿੰਗ 'ਚ ਉਹਦੇ ਵੈਨ ਪੁੱਛਿਆ ਹੋਇਆ, ਐਂਡ ਤੇ ਉਹਦੇ ਕੁਐਸਚਨ ਮਾਰਕ ਨਹੀਂ ਲਗਾਇਆ। ਸੋ ਜਿਹੜਾ ਉਹਦਾ ਐਂਡ ਵਾਲਾ ਪਾਰਟ ਹੈ ਉਹੀ ਹੁੰਦਾ ਗਲਤ, ਉੱਥੋਂ ਹੀ ਤੁਸੀਂ ਐਰਰ ਨੂੰ ਡਿਟੈਕਟ ਕਰਨਾ, ਲੱਭਣਾ। ਸੋ ਹੁਣ ਮੈਂ ਤੁਹਾਡੇ ਨਾਲ ਕੁਝ ਐਗਜ਼ਾਮਪਲਸ ਡਿਸਕਸ ਕਰ ਲੈਣੀ ਆ ਜਿਹਦੇ ਨਾਲ ਤੁਹਾਨੂੰ ਐਰਰ ਡਿਟੈਕਸ਼ਨ ਪੂਰੀ ਦੀ ਪੂਰੀ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ। ਸੋ ਪਹਿਲਾ ਹੈ people are believing in the medicine that government dispensaries have। ਸੋ ਉਰੇ are believing ਹੈ, ਇਹ ਜਿਹੜਾ ਟੈਂਸ ਹੈ ਇਹ ਗਲਤ ਹੈ, ਉਰੇ ਆਊਗਾ people believe। ਸੋ ਤੁਸੀਂ ਦੇਖਣਾ ਹੈ ਵੀ ਕਿੱਥੇ ਗਲਤੀ ਹੈ ਟੈਂਸ ਦੀ, ਲੋਕ ਮੰਨ ਰਹੇ ਨੇ ਜਾਂ ਲੋਕ ਮੰਨਦੇ ਨੇ। ਸੋ ਉਰੇ ਸਹੀ ਕੀ ਆ ਰਿਹਾ ਕਿ ਲੋਕ ਮੰਨਦੇ ਨੇ, ਸਿੰਪਲ ਪ੍ਰੈਜ਼ੈਂਟ ਟੈਂਸ ਦੀ ਵਰਤੋਂ ਕੀਤੀ ਜਾਊ।
ਸੋ A ਦਾ ਆਪਸ਼ਨ A ਦੇ ਵਿੱਚ ਗਲਤੀ ਹੈ, ਸੋ A ਆ ਗਿਆ ਆਪਣਾ ਉਰੇ ਸਹੀ ਕਰੈਕਟ ਆਪਸ਼ਨ। ਸੋ ਦੂਜਾ ਹੈ she walking briskly meant that she was in a hurry। ਹੁਣ ਉਰੇ ਆਪਾਂ ਨੂੰ ਦੇਖਣ ਨੂੰ ਹੀ ਪਤਾ ਚੱਲ ਰਿਹਾ ਕਿ ਗੱਲ ਤਾਂ ਹੋ ਰਹੀ ਹੈ ਉਰੇ ਪੁਰਾਣੀ ਪਾਸਟ ਦੀ, ਪਰ ਉਰੇ ਆਪਾਂ ਲਿਖੀ ਜਾ ਰਹੇ ਹਾਂ walking। ਸੋ ਉਰੇ ਵੀ ਆਪਣਾ ਜਿਹੜਾ ਪਹਿਲਾ ਹੈ ਉਰੇ ਹੀ ਗਲਤੀ ਮਿਲ ਜਾਂਦੀ ਹੈ, ਇਹੀ ਆਪਣੀ ਫਰਸਟ ਆਪਸ਼ਨ ਗਲਤ ਹੈ, ਉਰੇ ਹੀ ਐਰਰ ਡਿਟੈਕਟ ਹੋ ਜਾਂਦਾ ਹੈ। ਸੋ ਥਰਡ ਹੈ the vehicle was not moving swiftly as it stopped frequently at regularly interval। ਸੋ ਤੁਹਾਨੂੰ ਉਰੇ ਪੜਨ ਸਾਰ ਸੈਂਟੈਂਸ ਨੂੰ ਆਈ ਥਿੰਕ ਮਿਲ ਗਈ ਹੋ ਗਲਤੀ ਕਿ ਰੈਗੂਲਰਲੀ ਇੰਟਰਵਲ ਇਹ ਕੋਈ ਵਰਡ ਨਹੀਂ ਹੈ, ਵਰਡ ਹੁੰਦਾ ਹੈ ਰੈਗੂਲਰ। ਸੋ ਉਰੇ ਆਪਣੀ ਗਲਤੀ ਹੈ ਥਰਡ ਪਾਰਟ ਵਿੱਚ। ਸੋ ਲਾਸਟ ਹੈ the function was held at Mumbai and as a result not much of them were able to attend। ਸੋ ਉਰੇ ਜਿਹੜਾ ਵਰਡ ਹੈ ਗਲਤ ਉਹ ਹੈ much। much ਆਪਾਂ यूज ਕਰਦੇ ਹਾਂ ਜਦੋਂ ਕੋਈ ਕੁਆਂਟੀਟੀ ਦੀ ਗੱਲ ਕਰੀਏ, ਕਿਸੇ ਚੀਜ਼ ਨੂੰ ਮਾਪੀਏ। ਉਰੇ ਵਰਡ ਆਣਾ ਸੀਗਾ many of them, most of them। ਸੋ ਜਦੋਂ ਆਪਾਂ ਇਨਸਾਨਾਂ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਨੇ ਉਹ ਫੰਕਸ਼ਨ ਅਟੈਂਡ ਨਹੀਂ ਕੀਤਾ, ਤਾਂ ਤੁਸੀਂ ਇਸ ਚੀਜ਼ ਦਾ ਮਤਲਬ ਕੱਢ ਕੇ ਜਿਹੜੇ ਵੀ ਵਿੱਚ ਕਨੈਕਟਰਸ ਯੂਜ਼ ਨੇ, ਨਾਊਨਸ ਯੂਜ਼ ਨੇ, ਵਰਬ ਯੂਜ਼ ਨੇ, ਟੈਂਸ ਯੂਜ਼ ਨੇ, ਉਹਨਾਂ ਦੀ ਗਲਤੀ ਫੜਨੀ ਹੈ। ਸੋ ਤੁਸੀਂ ਸੈਂਟੈਂਸ ਨੂੰ ਬੋਲ ਕੇ ਦੇਖੋ, ਉਹਦਾ ਟੈਂਸ ਦੇਖੋ ਕਿ ਕਿਹੜੀ ਗੱਲ ਹੋ ਰਹੀ ਹੈ, ਪਾਸਟ 'ਚ ਹੋ ਰਹੀ ਹੈ, ਪ੍ਰੈਜ਼ੈਂਟ 'ਚ ਹੋ ਰਹੀ ਹੈ, ਫਿਊਚਰ 'ਚ ਹੋ ਰਹੀ ਹੈ, ਜਾਂ ਜਿਵੇਂ ਉਰੇ ਕਈ ਵਾਰੀ ਸਿੰਪਲ ਸਿੱਧੇ ਜਿਹੇ ਵਰਡਸ ਦੀ ਹੀ ਗਲਤੀ ਹੁੰਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪਾਂ ਜਿਹੜੇ ਐਰਰ ਨੇ ਉਹਨਾਂ ਨੂੰ ਡਿਟੈਕਟ ਕਰ ਸਕਦੇ ਹਾਂ। ਤੇ ਇਹ ਚੀਜ਼ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਵੀ ਐਰਰ ਡਿਟੈਕਸ਼ਨ ਤੁਹਾਨੂੰ ਪ੍ਰੈਕਟਿਸ ਦੇ ਨਾਲ ਹੀ ਆ ਸਕਦੀ ਹੈ। ਸੋ ਥਰਡ ਹੈ ਵੋਕੈਬਲਰੀ। ਹੁਣ ਵੋਕੈਬਲਰੀ ਕੀ ਹੈ, ਇਹ ਵੀ ਸੇਮ ਜੇ ਤੁਸੀਂ ਡੇਲੀ ਨਿਊਜ਼ਪੇਪਰ ਪੜ੍ਹਦੇ ਹੋ ਤਾਂ ਟਰਾਈ ਕਰੋ ਕਿ ਨਿਊਜ਼ਪੇਪਰ ਦੇ ਵਿੱਚ ਤੁਹਾਨੂੰ ਜੋ ਵੀ ਵਰਡਸ ਟਫ ਲੱਗਦੇ ਨੇ, ਜਿਨ੍ਹਾਂ ਦਾ ਮਤਲਬ ਨਹੀਂ ਪਤਾ ਹੁੰਦਾ, ਤੁਸੀਂ ਡਿਕਸ਼ਨਰੀ ਚੱਕੋ ਜਾਂ ਫਿਰ ਆਪਣੇ ਫੋਨ ਦੇ ਹੀ ਗੂਗਲ ਖੋਲੋ ਤੇ ਉਹਦੇ ਵਿੱਚ ਨਾਲ ਦੀ ਨਾਲ ਵਰਡ ਦਾ ਜਿਹੜਾ ਮਤਲਬ ਹੈ ਉਹਨੂੰ ਫਾਈਂਡ ਆਊਟ ਕਰੋ। ਤੇ ਮੈਂ ਵੀ ਹੁਣ ਸੋਚ ਰਹੀ ਹਾਂ, ਟਰਾਈ ਕਰ ਰਹੀ ਹਾਂ ਕਿ ਜਿਵੇਂ ਹੁਣ ਸਬ ਇੰਸਪੈਕਟਰ ਦੇ ਐਗਜ਼ਾਮ ਬਹੁਤ ਹੀ ਨੇੜੇ ਆ ਰਿਹਾ, ਤਾਂ ਮੈਂ ਟਰਾਈ ਕਰਿਆ ਕਰੂੰਗੀ ਮੈਂ ਜਿਹੜੇ ਮਰਜ਼ੀ ਸਬਜੈਕਟ ਦੇ ਉੱਤੇ ਵੀਡੀਓ ਪਾਵਾਂ, ਚਾਹੇ ਮੈਂ ਕੰਪਿਊਟਰ ਤੇ ਪਾ ਰਹੀ ਹਾਂ, ਸਾਇੰਸ ਤੇ ਪਾ ਰਹੀ ਹਾਂ, ਇਕਨੋਮਿਕਸ ਤੇ ਪਾ ਰਹੀ ਹਾਂ, ਮੈਂ ਹਰ ਵੀਡੀਓ ਦੇ ਐਂਡ ਤੇ ਤੁਹਾਨੂੰ 10 ਮੋਸਟ ਇੰਪੋਰਟੈਂਟ ਵੋਕੈਬਲਰੀ ਦੇ ਵਰਡਸ ਹਰ ਵੀਡੀਓ ਦੇ ਨਾਲ ਕਰਵਾਇਆ ਕਰੂੰ। ਇਹਦੇ ਨਾਲ ਕੀ ਹੈ, ਐਗਜ਼ਾਮ ਤੱਕ ਜੇ ਆਪਾਂ ਡੇਲੀ 10-10 ਵਰਡਸ ਵੀ ਕਰਾਂਗੇ ਤਾਂ ਆਪਣੇ 300 ਵਰਡਸ ਤਿਆਰ ਹੋ ਜਾਣਗੇ। ਤੇ ਮੈਨੂੰ ਲੱਗਦਾ ਕਿ 300 ਵਰਡਸ ਵੋਕੈਬਲਰੀ ਦੇ ਯਾਦ ਕਰਨੇ ਬਹੁਤ ਵੱਡੀ ਗੱਲ ਹੈ, ਤੇ ਇਹ ਤੁਹਾਡੇ ਇੰਗਲਿਸ਼ ਦੇ ਸਿਰਫ ਇਸੇ ਕੁਐਸਚਨ ਦੇ ਵਿੱਚ ਨਹੀਂ, ਹੋਰ ਬਾਕੀ ਸਾਰੇ ਕੁਐਸਚਨਸ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਹੈਲਪ ਕਰਨਗੇ। ਸੋ ਮੈਂ ਇੱਕ ਇਨੀਸ਼ੀਏਟਿਵ ਇਹ ਲੈ ਰਹੀ ਹਾਂ ਤੁਹਾਨੂੰ ਡੇਲੀ 10 ਵੋਕੈਬਲਰੀ ਵਰਡਸ ਕਰਵਾਉਣ ਦਾ। ਤੁਸੀਂ ਆਪ ਵੀ ਇਨੀਸ਼ੀਏਟਿਵ ਲਓ। ਮੈਂ ਜੋ ਤੁਹਾਨੂੰ ਕਰਵਾ ਰਹੀ ਹਾਂ ਤੁਸੀਂ ਉਹ ਤਾਂ ਸੁਣਨੇ ਹੀ ਨੇ, ਦੇਖਣੇ ਨੇ, ਨਾਲ ਤੁਸੀਂ ਆਪ ਵੀ ਟਰਾਈ ਕਰੋ ਕਿ ਆਪਣੇ ਪੂਰੇ ਦਿਨ 'ਚੋਂ 10 ਮਿੰਟ 15 ਮਿੰਟ ਕੱਢ ਕੇ ਥੋੜੇ ਜਿਹੇ ਵਰਡਸ ਡੇਲੀ ਬੇਸਿਸ ਦੇ ਗੂਗਲ ਤੋਂ ਹੀ ਚਾਹੇ ਸਰਚ ਕਰਕੇ ਉਹਨਾਂ ਦੇ ਮਤਲਬ ਪੜ੍ਹਨ ਦੀ ਕੋਸ਼ਿਸ਼ ਕਰੋ। ਸੋ ਹੁਣ ਆਪਾਂ ਦੇਖ ਲੈਂਦੇ ਹਾਂ ਕਿ ਵੋਕੈਬਲਰੀ ਦੇ ਕੁਝ ਐਗਜ਼ਾਮਪਲ, ਸੋ ਕਿਵੇਂ ਦੇ ਕੁਐਸਚਨਸ ਐਗਜ਼ਾਮ ਦੇ ਵਿੱਚ ਆਉਂਦੇ ਨੇ। ਡਾਇਰੈਕਸ਼ਨਸ ਫॉर ਕੁਐਸਚਨ 1 ਔਰ 2, ਚੂਜ਼ ਦ ਵਰਡ। ਤੁਸੀਂ ਸਭ ਤੋਂ ਪਹਿਲਾਂ ਤਾਂ ਪੇਪਰ ਦੇ ਵਿੱਚ ਪੂਰੇ ਧਿਆਨ ਦੇ ਨਾਲ ਇਹ ਦੇਖਣਾ ਵੀ ਤੁਹਾਨੂੰ ਸਿਮਿਲਰ ਕਿਹਾ ਹੋਇਆ ਜਾਂ ਤੁਹਾਨੂੰ ਓਪੋਜ਼ਿਟ ਮੀਨਿੰਗ ਕਿਹਾ ਹੋਇਆ। ਬੱਚੇ ਇਸੇ ਚੀਜ਼ ਦੇ ਵਿੱਚ ਗਲਤੀ ਕਰ ਲੈਂਦੇ ਨੇ, ਕਈ ਵਾਰੀ ਤੁਹਾਨੂੰ ਪੇਪਰ ਆਉਂਦਾ ਹੁੰਦਾ ਬਟ ਜਦੋਂ ਤੁਸੀਂ ਚੀਜ਼ਾਂ ਨੂੰ, ਕੁਐਸਚਨ ਨੂੰ ਧਿਆਨ ਨਾਲ ਇੰਟਰਪ੍ਰੇਟ ਨਹੀਂ ਕਰ ਪਾਉਂਦੇ, ਤੁਹਾਡੇ ਮਾਰਕਸ ਉੱਥੇ ਹੀ ਕੱਟ ਹੁੰਦੇ ਨੇ। ਸੋ ਤੁਸੀਂ ਹੁਣ ਇਸ ਕੁਐਸਚਨ ਨੂੰ ਧਿਆਨ ਦੇ ਨਾਲ ਪੜ੍ਹਨਾ ਹੈ। ਸੋ ਇਹ ਕਹਿ ਰਿਹਾ ਚੂਜ਼ ਦ ਵਰਡ ਵਿਚ ਇਜ਼ ਮੋਸਟ ਸਿਮਿਲਰ, ਮਤਲਬ ਜਿਹੜਾ ਸਭ ਤੋਂ ਨੇੜੇ ਦਾ ਵਰਡ ਹੈ। ਸਿਨੋਨਿਮ ਮਤਲਬ ਸੇਮ ਮੀਨਿੰਗ ਦੇ ਆਪਾਂ ਉਰੇ ਗੱਲ ਕਰ ਰਹੇ ਹਾਂ। ਟੂ ਦ ਫਾਰਮਰਸ ਟੂ ਇਨਕਰੀਜ਼ ਇਨ ਸਪਲਾਈ ਆਫ ਫੂਡ। ਸੋ ਇਹ ਉਰੇ ਫਾਰਮਰਸ ਦੇ ਨਾਲ ਰਿਲੇਟਡ ਦੋ ਇਹ ਸਟੇਟਮੈਂਟਸ ਨੇ, ਇਹਨਾਂ ਦੇ ਵਿੱਚ ਕੁਝ ਵਰਡਸ ਹਾਈਲਾਈਟ ਕੀਤੇ ਹੋਏ ਨੇ, ਬੋਲਡ ਕੀਤੇ ਹੋਏ ਨੇ। ਆਪਾਂ ਨੇ ਇਹਨਾਂ ਵਰਡਸ ਦਾ ਜਿਹੜਾ ਸਭ ਤੋਂ ਜ਼ਿਆਦਾ ਢੁਕਵਾਂ ਸੇਮ ਮੀਨਿੰਗ ਹੈ ਉਹ ਆਪਸ਼ਨਸ ਦੇ ਵਿੱਚੋਂ ਲੱਭਣਾ ਹੈ। ਸੋ ਪਹਿਲਾ ਹੈ ਆਪਣੇ ਕੋਲ public policy regarding food in main economy around the world has not provided adequate incentive. The response to emergency like accidents is equally sad। ਕਹਿੰਦੇ ਜੋ ਵੀ ਵਰਲਡ ਲੈਵਲ ਦੀਆਂ ਪਾਲਿਸੀ ਬਣਦੀਆਂ ਨੇ ਫੂਡ ਨੂੰ ਲੈ ਕੇ, ਉਹ ਕਦੇ ਵੀ ਸਫੀਸ਼ੀਐਂਟ ਨਹੀਂ ਹੁੰਦੀਆਂ, ਐਡਿਕੁਏਟ ਨਹੀਂ ਹੁੰਦੀਆਂ। ਜੋ ਵੀ ਐਮਰਜੈਂਸੀ ਸਿਚੁਏਸ਼ਨ ਹੈ, ਜਿਵੇਂ ਕਿਤੇ ਫੂਡ ਗ੍ਰੇਨ ਨੂੰ, ਕੋਈ ਆਪਣੇ ਕਣਕ ਨੂੰ ਲੈ ਕੇ, ਚਾਵਲਾਂ ਨੂੰ ਲੈ ਕੇ ਜੇ ਕਿਤੇ ਘਾਟਾ ਪੈ ਜਾਵੇ, ਤਾਂ ਕਹਿੰਦੇ ਉਹ ਇੰਨੀਆਂ ਜ਼ਿਆਦਾ ਇੰਟਰਨੈਸ਼ਨਲ ਲੈਵਲ ਦੀਆਂ ਪਾਲਿਸੀਜ਼ ਸਹੀ ਨਹੀਂ ਹੈਗੀਆਂ
ਵੀ ਉਹ ਆਪਣੀ ਘਾਟ ਨੂੰ ਐਮਰਜੈਂਸੀ ਦੇ ਵਿੱਚ ਪੂਰਾ ਕਰ ਸਕਣ। ਸੋ ਹੁਣ ਉਰੇ ਘਾਟ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਕੀ ਚਾਹੀਦਾ ਹੈ? ਸੋ ਇਹ ਚੀਜ਼ ਤੁਸੀਂ ਇਨਸੈਂਟਿਵ ਵਰਡ ਦਾ ਮੀਨਿੰਗ ਲੱਭਣਾ ਹੈ। ਐਕਸੈਲਰੇਸ਼ਨ, ਐਕਸੈਲਰੇਸ਼ਨ ਹੁੰਦੀ ਹੈ ਕਿਸੇ ਚੀਜ਼ ਨੂੰ ਵਧਾਉਣਾ, ਉਹਦੀ ਸਪੀਡ ਇਨਕਰੀਜ਼ ਕਰਨਾ। ਸਰਪਲਸ, ਬੇਟਿੰਗ, ਐਨਕਰੇਜਮੈਂਟ। ਸੋ ਉਰੇ ਹੁਣ ਆਪਾਂ ਗੱਲ ਕਰ ਰਹੇ ਹਾਂ ਵਧਾਉਣ ਦੀ। ਸੋ ਸਭ ਤੋਂ ਸੂਟੇਬਲ ਵਰਡ ਹੈ ਐਨਕਰੇਜਮੈਂਟ, ਇਨਸੈਂਟਿਵ। ਐਨਕਰੇਜਮੈਂਟ ਦਾ ਮਤਲਬ ਹੈ ਕਿ ਕਿਸੇ ਨੂੰ ਮੋਟੀਵੇਟ ਕਰਨਾ, ਕਿਸੇ ਚੀਜ਼ ਦਾ ਕੋਈ ਹੈਲਪ ਦੇਣੀ, ਕੋਈ ਮੁਆਵਜ਼ਾ ਦੇਣਾ। ਸੋ ਇਹ ਹੁੰਦੀ ਹੈ ਐਨਕਰੇਜਮੈਂਟ। ਸੋ ਦੂਜਾ ਹੈ the National Disaster Management Agency, set up short time ago, being a central government agency, has limitation relating to infringing the jurisdiction of state। ਕਹਿੰਦੇ ਜਿਹੜੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਇੱਕ ਬੋਡੀ ਬਣਾਈ ਹੈ, ਸੈਂਟਰਲ ਲੈਵਲ ਦੀ ਇੱਕ ਏਜੰਸੀ ਹੈ, ਬਾਰ-ਬਾਰ ਇਹਦੇ ਉੱਤੇ ਸਵਾਲ ਉੱਠਦੇ ਨੇ ਵੀ ਇਹ ਜਿਹੜੀ ਆਪਣੀ ਜੂਰਿਸਡਿਕਸ਼ਨ ਹੈ, ਜੂਰਿਸਡਿਕਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਹੜੇ-ਕਿਹੜੇ ਏਰੀਆਜ਼ ਦੇ ਉੱਤੇ ਕੰਮ ਕਰ ਸਕਦੀ ਹੈ। ਕਹਿੰਦੇ ਉਹ ਜੂਰਿਸਡਿਕਸ਼ਨ ਨੂੰ ਤੋੜ ਰਹੀ ਹੈ, ਇਨਫ੍ਰਿੰਜ ਕਰ ਰਹੀ ਹੈ। ਸੋ ਜਦੋਂ ਤੱਕ ਤੁਹਾਨੂੰ ਜਿਹੜਾ ਬੋਲਡ ਵਰਡ ਹੈ ਉਹਦਾ ਮਤਲਬ ਪੰਜਾਬੀ 'ਚ ਨਹੀਂ ਪਤਾ, ਤੁਹਾਡੇ ਲਈ ਆਪਸ਼ਨ ਟਿਕ ਕਰਨੀ ਬਹੁਤ ਡਿਫਿਕਲਟ ਹੋ ਜੂ। ਸੋ ਵੋਕੈਬਲਰੀ ਤੁਸੀਂ ਇੱਕ ਦਿਨ 'ਚ ਤਿਆਰ ਨਹੀਂ ਕਰ ਸਕਦੇ। ਇਹਨੂੰ ਤਿਆਰ ਕਰਨ ਦਾ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਹੀ ਹਾਂ, ਇੱਕ ਹੀ ਤਰੀਕਾ ਹੈ, ਤੁਸੀਂ ਡੇਲੀ 10-15 ਮਿੰਟ ਆਪਣੇ ਬਾਕੀ ਦੇ ਜਿਹੜੇ ਸਬਜੈਕਟ ਨੇ ਉਹਨਾਂ 'ਚੋਂ ਛੱਡ ਕੇ ਇੰਗਲਿਸ਼ ਨੂੰ ਦਿਓ। ਸੋ ਕਹਿੰਦੇ ਇਨਫ੍ਰਿੰਜਿੰਗ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਤੋੜਨਾ। ਸੋ ਉਰੇ ਜੇ ਕੋਈ ਲਿਮਿਟੇਸ਼ਨ ਤੋੜ ਰਹੀ ਹੈ, ਕੋਈ ਰੂਲ ਤੋੜ ਰਹੀ ਹੈ, ਤਾਂ ਉਹਦਾ ਇੰਗਲਿਸ਼ ਦੇ ਵਿੱਚ ਸੇਮ ਮੀਨਿੰਗ ਹੁੰਦਾ ਵਾਇਓਲੇਟਿੰਗ। ਸੋ ਵਾਇਓਲੇਟਿੰਗ ਦਾ ਮਤਲਬ ਵੀ ਹੁੰਦਾ ਹੈ ਕਿ ਕੋਈ ਰੂਲਸ ਨੂੰ ਤੋੜਨਾ। ਸੋ ਨੈਕਸਟ ਇਜ਼ ਰਿਲੇਟਡ ਟੂ ਓਪੋਜ਼ਿਟ ਮੀਨਿੰਗ। ਹੁਣ ਆਪਾਂ ਕਰਾਂਗੇ ਐਂਟੋਨਿਮਸ, ਕਿ ਜਿਹੜੇ ਦੋ ਵਰਡਸ ਨੇ ਕੁਐਸਚਨ 'ਚ, ਇਹਨਾਂ ਦੇ ਸਭ ਤੋਂ ਜ਼ਿਆਦਾ ਓਪੋਜ਼ਿਟ ਉਲਟੇ ਨਿਕਲਣ ਵਾਲੇ ਮਤਲਬ ਕਿਹੜੇ ਨੇ? ਸੋ ਪਹਿਲਾ ਹੈ ਰਿਨਾਊਂਸ। ਰਿਨਾਊਂਸ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਛੱਡ ਦੇਣਾ। ਸੋ ਗਿਵ ਅਪ ਕਰ ਦੇਣਾ, ਜਿਵੇਂ ਆਪਾਂ ਕਹਿੰਦੇ ਹਾਂ ਦੁਨੀਆਦਾਰੀ ਛੱਡਤੀ। ਸੋ ਉਹ ਚੀਜ਼ ਦੇ ਲਈ ਵਰਡ ਯੂਜ਼ ਹੁੰਦਾ ਹੈ ਰਿਨਾਊਂਸ। ਸੋ ਇਹਦਾ ਉਰੇ ਓਪੋਜ਼ਿਟ ਮੀਨਿੰਗ ਹੈ ਐਕਸੈਪਟ, ਕਿਸੇ ਚੀਜ਼ ਨੂੰ ਮੰਨਣਾ। ਦੈਨ ਹੈ ਪਲੈਸਿਡ। ਪਲੈਸਿਡ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਤੁਸੀਂ ਕਾਮ ਕਰ ਰਹੇ ਹੋ, ਕਿਸੇ ਨੂੰ ਤੁਸੀਂ ਬਹੁਤ ਜ਼ਿਆਦਾ ਸੂਦ ਕਰ ਰਹੇ ਹੋ, ਕਿਸੇ ਦਾ ਗੁੱਸਾ ਸ਼ਾਂਤ ਕਰ ਰਹੇ ਹੋ। ਸੋ ਇਹਦਾ ਓਪੋਜ਼ਿਟ ਹੋ ਗਿਆ ਐਂਗਰ। ਸੋ ਇਹ ਨੇ ਦੋ ਵਰਡਸ ਆਪਣੇ ਰਿਨਾਊਂਸ ਤੇ ਪਲੈਸਿਡ। ਨੈਕਸਟ ਇਜ਼ ਸਬਸਟੀਟਿਊਸ਼ਨ ਆਫ ਵਰਡ। ਜਦੋਂ ਤੁਹਾਨੂੰ ਕੁਐਸਚਨ ਦੇ ਵਿੱਚ ਜਾਂ ਤਾਂ ਕਿਸੇ ਬਲੈਂਕਸ ਦੀ ਫਾਰਮ 'ਚ ਹੋਵੇ ਜਾਂ ਸਿੱਧਾ ਐਵੇਂ ਸੈਂਟੈਂਸ ਦੀ ਫਾਰਮ ਹੋਵੇ ਕਿ ਇਹ ਜਿਹੜਾ ਇੱਕ ਸੈਂਟੈਂਸ ਹੈ ਇਹਨੂੰ ਤੁਸੀਂ ਇੱਕ ਸ਼ਬਦ, ਜਿਵੇਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹੁੰਦਾ ਹੈ ਪੰਜਾਬੀ 'ਚ, ਇਹ ਉਹੀ ਸੇਮ ਚੀਜ਼ ਹੈ ਵਨ ਵਰਡ ਸਬਸਟੀਟਿਊਸ਼ਨ। ਸੋ ਉਰੇ ਫਿਫਥ ਹੈ ਫੀਅਰ ਆਫ ਲੋਨਲੀਨੈਸ, ਇਕੱਲੇ ਰਹਿਣ ਦਾ ਡਰ। ਸੋ ਇਹ ਹੈ ਐਰੀਮੋਫੋਬੀਆ। ਦੈਨ ਸਿਕਸਥ a wrong or inaccurate use of a name or term। ਜਦੋਂ ਆਪਾਂ ਕਿਸੇ ਦਾ ਨਾਮ ਜਾਂ ਕੋਈ ਵਰਡ ਗਲਤ ਯੂਜ਼ ਕਰ ਲੈਂਦੇ ਆ, inaccurate ਯੂਜ਼ ਕਰ ਲੈਂਦੇ ਆ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਆ? ਉਹਨੂੰ ਆਪਾਂ ਕਹਿੰਦੇ ਆ ਮਿਸਨੋਮਰ। ਸੋ ਮਿਸ ਵਰਡ ਦਾ ਮਤਲਬ ਹੀ ਹੈ ਕਿ ਕੁਝ ਕਮੀ। ਸੋ ਤੁਸੀਂ ਜਦੋਂ ਵਰਡਸ ਨੂੰ ਮੀਨਿੰਗ ਕੱਢਣਾ ਹੈ ਤਾਂ ਤੁਸੀਂ ਇਹ ਵੀ ਟਰਾਈ ਕਰ ਸਕਦੇ ਹੋ, ਜਦੋਂ ਤੁਸੀਂ ਟ੍ਰਿਕਸ ਯਾਦ ਕਰਨੀਆਂ ਨੇ ਇੰਗਲਿਸ਼ ਗ੍ਰਾਮਰ ਦੀਆਂ, ਕਿ ਜਿੱਥੇ ਮਿਸ ਲਿਖਿਆ ਹੋਇਆ ਸਟਾਰਟਿੰਗ ਦਾ ਮਤਲਬ ਉੱਥੇ ਕਮੀ ਨਾਲ ਰਿਲੇਟਡ ਮਤਲਬ ਨਿਕਲੂਗਾ, ਜਾਂ ਜਿੱਥੇ ਸਟਾਰਟਿੰਗ 'ਚ ਆਉਂਦਾ ਮੈਲ, ਉਹਦਾ ਮਤਲਬ ਹੁੰਦਾ ਬੈਡ। ਸੋ ਮੈਲਾਫਾਈਡ ਹੈ, ਮੈਲ ਇੰਟੈਂਸ਼ਨ ਹੈ। ਸੋ ਜਿੰਨੀਆਂ ਵੀ ਇਹ ਚੀਜ਼ਾਂ ਹੁੰਦੀਆਂ ਨੇ, ਇਹ ਵਰਡ ਜਿਨ੍ਹਾਂ ਦੇ ਅੱਗੇ ਮੈਲ ਵਰਡ ਯੂਜ਼ ਹੁੰਦਾ ਹੈ, ਉਹ ਸਾਰੇ ਦੇ ਸਾਰੇ ਬੈਡ ਨੈਗੇਟਿਵ ਵਰਡਸ ਨੇ। ਸੋ ਤੁਸੀਂ ਜਦੋਂ ਆਪਸ਼ਨ ਲੱਭਣੀ ਹੈ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਨੈਗੇਟਿਵ ਵਰਡਸ ਦੀ ਆਪਸ਼ਨ ਨੂੰ ਅਲੱਗ ਤੋਂ ਦੇਖ ਸਕਦੇ ਹੋ, ਕਿਉਂਕਿ ਮੋਸਟਲੀ ਕੀ ਹੁੰਦਾ ਕਿ ਜਦੋਂ ਵੀ ਐਵੇਂ ਦੇ ਕੁਐਸਚਨ ਪੁੱਛੇ ਜਾਂਦੇ ਨੇ, ਕੋਈ ਵਨ ਵਰਡ ਸਬਸਟੀਟਿਊਸ਼ਨ ਜਾਂ ਓਪੋਜ਼ਿਟ ਵਾਲੇ, ਸੋ ਐਵੇਂ ਦੇ ਹੀ ਹੁੰਦੇ ਨੇ ਕਿ ਤੁਸੀਂ ਆਸਾਨੀ ਦੇ ਨਾਲ ਕੁਐਸਚਨ ਦੇ ਵਿੱਚੋਂ ਉਹਦਾ ਜਿਹੜਾ ਆਪਸ਼ਨ ਹੈ ਉਹਨੂੰ ਕਿਸੇ ਨਾ ਕਿਸੇ ਟ੍ਰਿਕ ਦੇ ਨਾਲ ਥੋੜਾ ਬਹੁਤ ਦਿਮਾਗ ਲਗਾ ਕੇ ਤੁਸੀਂ ਉਹਨੂੰ ਸਹੀ ਆਨਸਰ ਨੂੰ ਬਾਹਰ ਕੱਢ ਸਕੋ। ਸੋ ਹੁਣ ਨੈਕਸਟ ਟੌਪਿਕ ਆ ਗਿਆ ਰੀਡਿੰਗ ਕੰਪਰੀਹੈਂਸ਼ਨ ਪੈਸੇਜ ਰੂਲ। ਸੋ ਤੁਹਾਨੂੰ ਪੇਪਰ ਦੇ ਵਿੱਚ ਜਦੋਂ ਕੋਈ ਪੈਰਾ ਪੂਰਾ ਦਿੱਤਾ ਹੁੰਦਾ, ਤੁਸੀਂ ਉਹਦੇ 'ਚੋਂ ਕੁਝ ਸਵਾਲਾਂ ਦੇ ਜਵਾਬ ਦੱਸਣੇ ਹੁੰਦੇ ਨੇ। ਸੋ ਇਹਦੇ ਕੁਝ ਰੂਲਸ ਨੇ। ਸਭ ਤੋਂ ਪਹਿਲਾ ਇੰਪੋਰਟੈਂਟ, ਕਹਿੰਦੇ ਤੁਸੀਂ ਬਰੀਕੀਆਂ ਦੇ ਉੱਤੇ ਨਹੀਂ ਜਾਣਾ, ਤੁਸੀਂ ਪੈਰੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ, ਉਹਨੂੰ ਰੱਟਾ ਮਾਰਨ ਦੀ ਕੋਸ਼ਿਸ਼ ਨਹੀਂ ਕਰਨੀ। ਤੁਹਾਡਾ ਮਕਸਦ ਪੇਪਰ ਦੇ ਵਿੱਚ ਸਿਰਫ ਇਹ ਹੋਣਾ ਚਾਹੀਦਾ ਹੈ ਵੀ ਤੁਸੀਂ ਘੱਟ ਤੋਂ ਘੱਟ ਸਮਾਂ ਵੇਸਟ ਕੀਤੇ ਇਸ ਦੇ ਸਹੀ ਉੱਤਰ ਕਿਵੇਂ ਲੱਭ ਸਕਦੇ ਹੋ।
ਸੋ ਆਪਣਾ ਕੋਈ ਮਤਲਬ ਨਹੀਂ ਬਣਦਾ ਕਿ ਆਪਾਂ ਇਹ ਦੇਖਣ ਬੈਠ ਜਾਈਏ ਕਿ ਇਹ ਪੈਰਾ ਕਿਸ ਚੀਜ਼ ਬਾਰੇ ਹੈ, ਇਹ ਪੈਰਾ ਸਹੀ ਹੈ ਗਲਤ ਹੈ। ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਕੁਐਸਚਨਸ ਪੜ੍ਹੋ। ਸਭ ਤੋਂ ਪਹਿਲਾਂ ਤੁਸੀਂ ਸਟਾਰਟਿੰਗ ਹੀ ਐਵੇਂ ਕਰਨੀ ਹੈ ਕਿ ਤੁਹਾਨੂੰ ਜੋ ਫਰਸਟ ਕੁਐਸਚਨ ਪੁੱਛਿਆ ਗਿਆ ਉਹਨੂੰ ਪੜ੍ਹੋ, ਫਿਰ ਤੁਸੀਂ ਪਹਿਲੇ ਪੈਰੇ 'ਚ ਜਾਓ ਜਿੱਥੇ ਤੁਹਾਨੂੰ ਲੱਗ ਰਿਹਾ ਕਿ ਉਹਦੇ ਤੁਹਾਨੂੰ ਕੁਝ ਸਿਮਿਲਰ ਵਰਡਸ ਦਿਖ ਰਹੇ ਨੇ ਪੈਰੇ 'ਚ, ਤੁਸੀਂ ਉਹਨਾਂ ਵਰਡਸ 'ਚੋਂ ਆਨਸਰਸ ਨੂੰ ਲੱਭਣ ਦੀ ਕੋਸ਼ਿਸ਼ ਕਰੋ। ਤੁਸੀਂ ਕੋਈ ਵੋਕੈਬਲਰੀ ਸਕਿੱਲ ਨਹੀਂ ਉੱਥੇ ਆਪਣੀ ਦਿਖਾਉਣੀ, ਤੁਸੀਂ ਫਾਲਤੂ ਦੇ ਵਿੱਚ ਕੋਈ ਵੀ ਟਾਈਮ ਵੇਸਟੇਜ ਕਰਨ ਦਾ ਕੁਝ ਵੀ ਨਹੀਂ ਕਰਨਾ, ਤੁਸੀਂ ਕੋਈ ਮੀਨਿੰਗ 1 to 1 ਨਹੀਂ ਦੇਖਣਾ। ਸੋ ਤੁਸੀਂ ਕੀ ਕਰਨਾ ਹੈ, ਸਿਰਫ ਔਰ ਸਿਰਫ ਕੰਪਰੀਹੈਂਡ ਕਰਨਾ ਹੈ, ਐਪਰੀਹੈਂਡ ਕਰਨਾ ਹੈ ਕਿ ਤੁਸੀਂ ਇਸ ਪੈਰੇ ਦੇ ਵਿੱਚੋਂ ਕੀ ਕੱਢਣਾ ਹੈ, ਕਿਹੜੇ ਸਵਾਲਾਂ ਦੇ ਜਵਾਬ ਕਿੰਨੇ ਘੱਟ ਟਾਈਮ ਦੇ ਵਿੱਚ ਤੁਸੀਂ ਕੱਢ ਸਕਦੇ ਹੋ। ਸੋ ਤੁਸੀਂ ਇਹ ਨਹੀਂ ਸੋਚਣਾ ਕਿ ਜਿਹੜਾ ਵੀ ਆਨਸਰ ਹੈ ਉਹ ਮੈਨੂੰ ਲੱਭ ਨਹੀਂ ਰਿਹਾ, ਤੁਹਾਨੂੰ ਹਰ ਆਨਸਰ ਪੈਰੇ ਦੇ ਵਿੱਚੋਂ ਮਿਲੂਗਾ। ਸਿਰਫ ਤੁਸੀਂ ਦਿਮਾਗ ਨੂੰ ਥੋੜੀ ਜਿਹੀ ਪੇਸ਼ੈਂਸ ਰੱਖ ਕੇ ਆਰਾਮ ਦੇ ਨਾਲ ਕੁਐਸਚਨਸ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਹੈ। ਇਹੀ ਮੇਨ ਰੂਲਸ ਨੇ ਇੱਕ ਕੰਪਰੀਹੈਂਸ਼ਨ ਨੂੰ ਅਟੈਂਪਟ ਕਰਨ ਦੇ। ਸੋ ਮੈਂ ਤੁਹਾਨੂੰ ਇੱਕ ਇੰਪੋਰਟੈਂਟ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਹਰ ਸਟੂਡੈਂਟ ਦਾ ਆਪਣਾ ਇੱਕ ਲੈਂਗੁਏਜ ਨੂੰ ਅਟੈਂਪਟ ਕਰਨ ਦਾ ਤਰੀਕਾ ਹੁੰਦਾ, ਇੱਕ ਲੈਵਲ ਹੁੰਦਾ। ਸੋ ਮੈਂ ਹੁਣ ਜਿਵੇਂ ਤੁਹਾਨੂੰ ਕੋਈ ਵੀ ਰੂਲਸ ਦੱਸ ਰਹੀ ਹਾਂ, ਜੋ ਵੀ ਅੱਜ ਕਰਵਾ ਰਹੀ ਹਾਂ, ਇਹ ਸਿਰਫ ਜੋ ਮੇਰਾ ਪਰਸਨਲ ਐਕਸਪੀਰੀਅੰਸ ਨੌਲੇਜ ਹੈ ਜਾਂ ਜੋ ਚੀਜ਼ਾਂ ਮੈਂ ਖੁਦ ਫੋਲੋ ਕਰਦੀ ਆ ਰਹੀ ਹਾਂ ਗ੍ਰਾਮਰ ਦੇ ਵਿੱਚ, ਲੈਂਗੁਏਜ ਦੇ ਵਿੱਚ, ਮੈਂ ਤੁਹਾਡੇ ਨਾਲ ਉਹ ਸ਼ੇਅਰ ਕਰ ਰਹੀ ਹਾਂ। ਸੋ ਜ਼ਰੂਰੀ ਨਹੀਂ ਕਿ ਤੁਸੀਂ ਮੇਰਾ ਹੀ ਪੈਟਰਨ ਫੋਲੋ ਕਰਨਾ ਹੈ। ਜਿਵੇਂ ਹੁਣ ਜਦੋਂ ਮੈਂ ਤੁਹਾਨੂੰ ਕੰਪਰੀਹੈਂਸ਼ਨ ਕਰਵਾਉਂਗੀ ਤਾਂ ਮੈਂ ਹਮੇਸ਼ਾ ਸਟਾਰਟ ਕਰਦੀ ਹਾਂ ਪਹਿਲਾਂ ਕੁਐਸਚਨਸ ਤੋਂ। ਕਾਫੀ ਬੱਚੇ ਪਹਿਲਾਂ ਪੈਰਾਗ੍ਰਾਫ ਪੜ੍ਹਨ ਤੋਂ ਸਟਾਰਟ ਕਰਦੇ ਨੇ ਤੇ ਉਹ ਵੀ ਸਹੀ ਆਨਸਰ ਲੱਭ ਲੈਂਦੇ ਨੇ, ਬਟ ਪ੍ਰੋਬਲਮ ਆਉਂਦੀ ਹੈ ਕਿ ਜਦੋਂ ਆਪਾਂ ਪੈਰਾਗ੍ਰਾਫ ਪਹਿਲਾਂ ਪੜ੍ਹਨ ਲੱਗ ਜਾਈਏ ਤਾਂ ਆਪਣੇ ਕੋਲ ਟਾਈਮ ਘੱਟ ਬਚਦਾ ਹੈ। ਸੋ ਜੇ ਤੁਸੀਂ ਟਾਈਮ ਦੀ ਪ੍ਰੋਪਰ ਯੂਟੀਲਾਈਜੇਸ਼ਨ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਟਰਾਈ ਕਰੋ ਕਿ ਪਹਿਲਾਂ ਤੁਸੀਂ ਕੁਐਸਚਨ ਪੜ੍ਹੋ, ਕੁਐਸਚਨ ਦੇ ਵਿੱਚੋਂ ਜੋ ਇੰਪੋਰਟੈਂਟ ਫੈਂਸੀ ਵਰਡਸ ਨੇ, ਮੇਨ ਮੇਜਰ ਵਰਡਸ ਨੇ, ਉਹਨਾਂ ਨੂੰ ਪੈਰੇ ਦੇ ਵਿੱਚੋਂ ਫਾਈਂਡ ਆਊਟ ਕਰਕੇ ਉਹਨਾਂ ਲਾਈਨਸ ਦੇ ਵਿੱਚੋਂ ਆਨਸਰ ਲੱਭਣ ਦੀ ਕੋਸ਼ਿਸ਼ ਕਰੋ। ਸੋ ਹੁਣ ਆਪਾਂ ਫਟਾਫਟ ਦੇਖਦੇ ਹਾਂ ਕਿ ਕਿਵੇਂ ਇੱਕ ਪੈਰੇ ਨੂੰ ਆਪਾਂ ਨੇ ਐਗਜ਼ਾਮ ਦੇ ਵਿੱਚ ਅਟੈਂਪਟ ਕਰਨਾ ਹੈ। So first है, which of the given below is not a major hormone? So उरे अपना important word है major hormone. So ਤੁਸੀਂ starting ਤੋਂ ਫਟਾਫਟ ਦੇਖਣਾ ਸ਼ੁਰੂ ਕਰੋਗੇ, ਤੁਸੀਂ ਲਾਈਨਾਂ ਨਹੀਂ ਪੜ੍ਹਨੀਆਂ, ਸਿਰਫ ਤੁਸੀਂ major hormone word ਲੱਭਣ ਦੀ ਕੋਸ਼ਿਸ਼ ਕਰਨੀ ਹੈ। ਸੋ ਤੁਹਾਨੂੰ ਫਟਾਫਟ ਦਿਖ ਜੂ ਕਿ 6ਵੀਂ ਲਾਈਨ ਦੇ ਵਿੱਚ ਇਹ word ਪਿਆ। ਸੋ ਜਦੋਂ ਤੁਸੀਂ ਇਹ word ਦੇਖਿਆ ਤੁਹਾਨੂੰ ਤੁਹਾਡੇ ਆਨਸਰ ਆਪਸ਼ਨ ਸੇਮ ਦਿਖਣ ਲੱਗ ਜਾਣਗੇ। ਸੋ ਹੁਣ ਤੁਸੀਂ ਦੇਖੋਗੇ ਕਿ 5 ਜਿਹੜੇ ਹਾਰਮੋਨਸ ਨੇ ਉਹਨਾਂ ਦੇ ਵਿੱਚੋਂ ਕਿਹੜਾ ਹਾਰਮੋਨ ਕੁਐਸਚਨ ਦੇ ਵਿੱਚ ਨਹੀਂ ਹੈ, ਉਹੀ ਆਪਾਂ ਨੂੰ ਕੁਐਸਚਨ ਪੁੱਛਿਆ ਹੋਇਆ ਹੈ ਕਿ ਕਿਹੜਾ ਹਾਰਮੋਨ ਨਹੀਂ ਹੈ, ਨਾਟ ਅ ਮੇਜਰ ਹਾਰਮੋਨ। ਸੋ ਆਕਸਿਨ ਹੈਗਾ, ਮਤਲਬ ਇਹ ਆਨਸਰ ਸਹੀ ਹੈ। ਫਿਰ ਸਾਈਟੋਕਾਈਨਿਨ, ਇਥਾਈਲਿਨ ਇਹ ਵੀ ਹੈਗਾ। ਜਿਹੜਾ ਗਿਬਰਲਿਨ ਹਾਰਮੋਨ ਹੈ ਇਹ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਤੇ ਨਹੀਂ ਦਿਖ ਰਿਹਾ। ਸੋ ਲੇਟਰਲ ਰੂਟ ਵੀ ਜਿਹੜੀ ਆਪਸ਼ਨ ਹੈ ਉਹ ਵੀ ਆਪਾਂ ਨੂੰ ਪੈਰੇ 'ਚ ਨਹੀਂ ਦਿਖ ਰਹੀ, ਮਤਲਬ ਕਿ ਇਹ ਆਪਣਾ ਸਹੀ ਆਪਸ਼ਨ ਹੈ। ਫਿਰ ਹੁਣ ਦੂਜੇ ਕੁਐਸਚਨ ਤੇ ਆ ਜਾਓ, which of the following hormone is responsible for stimulating the rate of cell elongation? ਸੋ ਉਰੇ ਤੁਸੀਂ ਜਿਹੜਾ ਮੇਨ ਕੈਚੀ ਵਰਡ ਹੈ ਉਹ ਹੈ stimulating। ਪੈਰੇ 'ਚ ਤੁਹਾਨੂੰ stimulate ਵੀ ਹੋ ਸਕਦਾ, stimulated ਵੀ ਹੋ ਸਕਦਾ ਹੈ। ਤੁਸੀਂ stimulate word ਜਿਹੜਾ ਮੇਨ ਤੁਹਾਡਾ ਨਾਮ ਹੈ, ਨਾਉਨ ਹੈ, ਉਹਨੂੰ ਲੈ ਕੇ ਪੈਰੇ 'ਚੋਂ ਲੱਭਣਾ ਸ਼ੁਰੂ ਕਰ ਦੇਣਾ। ਸੋ ਉਰੇ ਤੱਕ ਤਾਂ ਆਪਾਂ ਪਹੁੰਚ ਹੀ ਗਏ ਸੀ ਪਹਿਲੇ ਕੁਐਸਚਨ ਤੋਂ ਬਾਅਦ। ਇੱਕ ਹੋਰ ਇੰਪੋਰਟੈਂਟ ਚੀਜ਼, ਹਮੇਸ਼ਾ ਪੈਰਾਗ੍ਰਾਫ ਦੇ ਜਿਹੜੇ ਕੁਐਸਚਨਸ ਹੁੰਦੇ ਨੇ ਉਹ ਪੈਰੇ 'ਚ ਲਾਈਨ ਵਾਈਜ਼ ਹੀ ਹੁੰਦੇ ਨੇ। ਬਹੁਤ ਰੇਅਰ ਚਾਂਸ ਹੈ, ਤੁਸੀਂ ਆਲਮੋਸਟ ਇਟ ਇਜ਼ ਇੰਪੋਸੀਬਲ ਕਿ ਤੁਹਾਨੂੰ ਪਹਿਲਾ ਕੁਐਸਚਨ ਹੈ ਜਿਹੜਾ ਉਹ ਉਰੇ ਦਿੱਤਾ ਹੋਵੇ ਤੇ ਦੂਜੇ ਦਾ ਆਨਸਰ ਪਹਿਲੇ ਤੋਂ ਤੁਹਾਨੂੰ ਸਟਾਰਟਿੰਗ 'ਚ ਮਿਲ ਜਾਵੇ। ਸੋ ਹਮੇਸ਼ਾ ਲਾਈਨ ਵਾਈਜ਼ ਹੀ ਕੁਐਸਚਨ, ਜਿਵੇਂ ਪਹਿਲਾ ਉਰੇ ਹੈ, ਦੂਜਾ ਤੁਹਾਨੂੰ ਉਰੇ ਮਿਲੂ, ਤੀਜਾ ਉਰੇ। ਸੋ ਹਮੇਸ਼ਾ ਲਾਈਨ ਵਾਈਜ਼ ਹੀ ਨੀਚੇ ਪੈਰੇ 'ਚ ਜਿਵੇਂ ਤੁਸੀਂ ਅੱਗੇ ਪਹੁੰਚੋਗੇ ਉਵੇਂ ਹੀ ਤੁਹਾਨੂੰ ਆਨਸਰਸ ਮਿਲਣਗੇ। ਸੋ ਤੁਹਾਨੂੰ ਬਿਲਕੁਲ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਕਿ ਜੇ ਮੈਂ ਪਹਿਲੀਆਂ 2-3 ਲਾਈਨਾਂ ਛੱਡ ਦਿੱਤੀਆਂ ਤਾਂ ਸ਼ਾਇਦ ਅੱਗੇ ਜਾ ਕੇ ਕੋਈ ਆਨਸਰ ਉਹਨਾਂ 'ਚੋਂ ਨਿਕਲ ਆਵੇ, ਐਦਾਂ ਬਹੁਤ ਰੇਅਰ ਚਾਂਸ ਹੈ। ਸੋ ਹੁਣ ਸੈਕਿੰਡ ਕੁਐਸਚਨ ਹੈ ਸਟਿਮੂਲੇਟ। ਤੁਸੀਂ ਫਟਾਫਟ ਸਟਿਮੂਲੇਟ ਵਰਡ ਲੱਭਣਾ ਸ਼ੁਰੂ ਕਰੋ। ਤੁਸੀਂ ਜਦ ਦੂਜਾ ਪੈਰਾ ਪੜ੍ਹਨ ਲੱਗੇ ਤਾਂ ਤੁਹਾਨੂੰ ਦਿਖ ਗਿਆ ਕਿ ਸਟਾਰਟਿੰਗ 'ਚ 5ਵੀਂ ਲਾਈਨ ਦੇ ਸਟਿਮੂਲੇਟ ਵਰਡ ਪਿਆ। ਸੋ ਤੁਸੀਂ ਕੁਐਸਚਨ ਦੇ ਨਾਲ ਰਿਲੇਟ ਕਰੋਗੇ ਕਿ ਲਾਈਨ ਸੇਮ ਹੈ, ਤੁਸੀਂ ਦੇਖਿਆ ਵੀ ਹਾਂ ਲਾਈਨ ਸੇਮ ਹੈ, ਤੁਸੀਂ ਉੱਥੇ ਹੀ ਰੁਕ ਜਾਓਗੇ, ਆਪਣਾ ਆਨਸਰ ਲੱਭਣ ਲੱਗ ਜਾਓਗੇ। ਸੋ ਉਰੇ ਹੈ ਆਨਸਰ ਆਕਸਿਨ। ਸੋ ਤੁਸੀਂ ਕੁਐਸਚਨ ਬਿਨਾਂ ਅੱਗੇ ਪੂਰਾ ਪੈਰਾ ਪਰੇ ਸਿੱਧਾ ਆਕਸਿਨ ਨੂੰ ਟਿਕ ਕਰ ਦਿਓ। ਸੋ ਉਸ ਤੋਂ ਬਾਅਦ ਅਗਲਾ ਜਿਹੜਾ ਕੁਐਸਚਨ ਹੈ ਉਹ ਵੀ ਤੁਸੀਂ ਦੇਖੋਗੇ ਕਿ ਆਕਸਿਨ ਦੇ ਬਾਰੇ ਹੀ ਪੁੱਛਿਆ ਹੋਇਆ। ਸੋ ਤੁਸੀਂ ਆਲਰੇਡੀ ਆਕਸਿਨ ਤੱਕ ਤਾਂ ਪਹੁੰਚੇ ਹੋਏ ਸੀ, ਸੋ ਹੁਣ ਉੱਥੋਂ ਹੀ ਅੱਗੇ ਪੜ੍ਹਨਾ ਸ਼ੁਰੂ ਕਰ ਦਿਓ।
ਸੋ ਤੁਸੀਂ ਦੇਖੋਗੇ ਕਿ ਆਕਸੀਨ ਦੇ ਫੰਕਸ਼ਨਸ ਲਿਖੇ ਹੋਏ ਨੇ। ਸੋ ਹੁਣ ਤੁਸੀਂ ਕੁਐਸਚਨ ਵੱਲ ਜਾਓਗੇ, ਤੁਸੀਂ ਇੱਕ ਵਾਰੀ ਪੈਰਾ ਪੜੋਗੇ, ਇੱਕ ਵਾਰੀ ਕੁਐਸਚਨ, ਇੱਕ ਇੱਕ ਆਪਸ਼ਨ ਟਿਕ ਕਰਦੇ ਜਾਓਗੇ ਵੀ ਇਹ ਵੀ ਹੈਗਾ ਪੈਰੇ 'ਚ, ਇਹ ਵੀ ਹੈਗਾ, ਇਹ ਵੀ ਹੈਗਾ। ਸੋ ਤੁਸੀਂ ਦੇਖਿਆ ਕਿ ਸਾਰੇ ਆਪਸ਼ਨਸ ਪੈਰੇ ਦੇ ਵਿੱਚ ਹੈਗੇ ਨੇ, ਸਾਰੇ ਫੰਕਸ਼ਨ ਹੈਗੇ ਨੇ। ਸੋ ਕੁਐਸਚਨ 'ਚ ਹੈ ਨਾਟ, ਮਤਲਬ ਇਹਨਾਂ 'ਚੋਂ ਕਿਹੜਾ ਫੰਕਸ਼ਨ ਨਹੀਂ ਹੈ। ਸੋ ਜਦੋਂ ਇਹ ਸਾਰੇ ਆਪਸ਼ਨਸ ਹੈਗੇ ਨੇ ਤਾਂ ਤੁਹਾਡਾ ਆਨਸਰ ਬਿਨਾਂ ਤੁਸੀਂ ਕਿਸੇ ਕਨਫਿਊਜ਼ਨ ਤੋਂ ਫੋਰਥ ਟਿਕ ਕਰਕੇ ਆਉਂਗੇ all the above। ਸੋ ਉਸ ਤੋਂ ਬਾਅਦ ਆਉਂਦਾ ਚੌਥਾ ਕੁਐਸਚਨ, which of the following is the most opposite in meaning, ਮਤਲਬ ਕਿ ਐਂਟੋਨਿਮ ਆ ਗਿਆ ਕਿ ਸਾਈਮultaneous word ਦਾ ਉਲਟਾ ਮਤਲਬ ਕੀ ਹੈ। ਸੋ ਤੁਸੀਂ ਕੀ ਕਰਨਾ ਹੈ, ਜਦੋਂ ਵੀ ਕੋਈ ਵੀ ਏਦਾਂ ਦੇ ਕੁਐਸਚਨ ਲੱਭਣ ਦੀ ਕੋਸ਼ਿਸ਼ ਕਰਨੀ ਹੈ ਮੀਨਿੰਗ ਵਾਲੇ, ਤਾਂ ਤੁਸੀਂ ਪੈਰੇ 'ਚ ਉਹ ਜਿੱਥੇ ਵਰਡ ਦਿੱਤਾ ਹੋਇਆ ਤੁਸੀਂ ਟਰਾਈ ਕਰੋ ਕਿ ਉਸ ਲਾਈਨ ਨੂੰ ਪੜੋ, ਕਿਉਂਕਿ ਉਹ ਲਾਈਨ ਨੂੰ ਪੜ੍ਹ ਕੇ ਹੀ ਤੁਹਾਨੂੰ ਜਿਹੜਾ ਮੀਨਿੰਗ ਹੈ ਉਹ ਕਲੀਅਰ ਹੋ ਜਾਊਗਾ। ਸੋ ਨੈਕਸਟ ਆਪਣਾ ਪੰਜਵਾਂ ਟੌਪਿਕ ਹੈ ਟ੍ਰਾਂਸਲੇਸ਼ਨ ਦਾ। ਸੋ ਤੁਹਾਨੂੰ ਪੇਪਰ ਦੇ ਵਿੱਚ ਕੁਝ ਪੰਜਾਬੀ 'ਚ ਦਿੱਤੇ ਹੋਣਗੇ ਸੈਂਟੈਂਸ ਜਿਨ੍ਹਾਂ ਨੂੰ ਤੁਸੀਂ ਇੰਗਲਿਸ਼ ਦੇ ਵਿੱਚ ਬਦਲਣਾ ਹੋ। ਸੋ ਇਹਦੇ ਕੁਝ ਬੇਸਿਕ ਰੂਲਸ ਨੇ। ਪਹਿਲੀ ਚੀਜ਼, ਤੁਸੀਂ ਕੋਸ਼ਿਸ਼ ਕਰੋ ਕਿ ਜੋ ਤੁਹਾਨੂੰ ਪੰਜਾਬੀ 'ਚ ਲਿਖਿਆ ਉਹਨੂੰ ਐਜ਼ ਇਟ ਇਜ਼ ਹੀ ਇੰਗਲਿਸ਼ ਦੇ ਵਿੱਚ ਬਦਲੋ। ਤੁਸੀਂ ਚੀਜ਼ਾਂ ਨੂੰ ਕੰਪਲਿਕੇਟ ਨਾ ਕਰੋ, ਆਪਣੀ ਮਰਜ਼ੀ ਦੇ ਨਾਲ ਕੋਈ ਫੈਂਸੀ ਵਰਡ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕਰੋ, ਜਿੰਨਾ ਹੋ ਸਕੇ ਓਨਾ ਸਿੰਪਲ ਰੱਖੋ। ਇੱਕ ਹੋਰ ਮੇਨ ਚੀਜ਼ ਤੁਸੀਂ ਇਹ ਦੇਖਣੀ ਆ ਕਿ ਜਿਹੜੀ ਸੈਂਟੈਂਸ ਦੇ ਵਿੱਚ ਟੈਂਸ ਦੀ ਵਰਤੋਂ ਹੈ, ਤੁਸੀਂ ਉਹੀ ਟੈਂਸ ਦੇ ਵਿੱਚ ਇੰਗਲਿਸ਼ 'ਚ ਬਣਾਉਣਾ ਸੈਂਟੈਂਸ, ਨਾਲ ਜਿਹੜੀ ਕਿਰਿਆ ਹੋ ਰਹੀ ਹੈ ਉਹੀ ਕਿਰਿਆ, ਵਰਬ ਉਹੀ ਯੂਜ਼ ਕਰਨੀ ਹੈ। ਸੈਂਟੈਂਸ ਨੂੰ ਆਪਣੀ ਮਰਜ਼ੀ ਦੇ ਨਾਲ ਮੋਡੀਫਾਈ, ਬਦਲਣ ਦੀ ਕੋਸ਼ਿਸ਼ ਬਿਨਾਂ ਮਤਲਬ ਤੋਂ ਨਾ ਕਰੋ। ਸੋ ਜਿਵੇਂ ਹੁਣ ਉਰੇ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ, ਸਮੇਂ ਸਿਰ ਰਹੋ ਮਤਲਬ ਬੀ ਪੰਕਚੁਅਲ। ਦੂਜਾ, ਸਾਫ਼-ਸਾਫ਼ ਲਿਖੋ, ਰਾਈਟ ਨੀਟਲੀ। ਸੋ ਜਿਵੇਂ ਹੁਣ ਤੁਸੀਂ ਉਰੇ ਲਿਖਤਾ ਇਹਨਾਂ ਨੇ ਸਾਫ਼-ਸਾਫ਼ ਲਿਖੋ, ਤੁਸੀਂ ਉੱਥੇ ਬਿਨਾਂ ਮਤਲਬ ਤੋਂ ਸੋਚੋ that we must have to write neatly। ਸੋ ਏਦਾਂ ਦੇ ਵੱਡੇ complicated words ਬਣਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈ। ਤੁਹਾਨੂੰ ਆਪਸ਼ਨ ਦੇ ਵਿੱਚੋਂ ਜੋ ਬਿਲਕੁਲ ਸੇਮ ਸਿਮਿਲਰ ਲੱਗੇ ਕਿ ਬਿਲਕੁਲ ਪੰਜਾਬੀ ਨੂੰ ਹੀ ਇੰਗਲਿਸ਼ ਵਿੱਚ ਬਦਲ ਕੇ ਲਿਖਿਆ ਹੈ, ਫਟਾਫਟ ਤੁਸੀਂ ਉਹ ਆਪਸ਼ਨ ਬਿਨਾਂ ਕਨਫਿਊਜ਼ ਹੋਏ ਟਿਕ ਕਰ ਦੇਣੀ ਹੈ। ਸੋ ਨੈਕਸਟ ਆਉਂਦਾ ਪ੍ਰੈਸੀ ਸਕਿੱਲਸ। ਇਹਦੇ ਉੱਤੇ ਮੈਂ ਪੂਰੀ ਪੰਜਾਬੀ ਲੈਂਗੁਏਜ ਦੀ ਇੱਕ ਪੂਰੀ ਫੁੱਲ ਫਲੈਜਡ ਵੀਡੀਓ ਆਲਰੇਡੀ ਅਪਲੋਡ ਕਰ ਚੁੱਕੀ ਆ। ਸੋ ਅੱਜ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਦੁਬਾਰਾ ਜਿਹੜੇ ਮੇਨ ਰੂਲਸ ਨੇ ਉਹ ਰਿਪੀਟ ਕਰ ਦਿੰਨੀ ਆ। ਸੋ ਪਹਿਲਾਂ ਤਾਂ ਜਿਹੜਾ ਦੇਖ ਲਓ ਕਿ ਪ੍ਰੈਸੀ ਵਰਡ ਹੈ, ਇਹਦਾ ਮਤਲਬ ਕੀ ਹੈ। ਜਿਹੜਾ ਪ੍ਰੈਸੀ ਵਰਡ ਹੈ ਇਹ ਫ੍ਰੈਂਚ ਭਾਸ਼ਾ ਦਾ ਇੱਕ ਅੱਖਰ ਹੈ ਜਿਹਦਾ ਮਤਲਬ ਹੈ ਸਮਰੀ, ਕਿਸੇ ਚੀਜ਼ ਦਾ, ਗੱਲ ਦਾ ਨਿਚੋੜ ਕੱਢਣਾ, ਉਹਨੂੰ ਸਮਰਾਈਜ਼ ਕਰਨਾ, ਉਹਨੂੰ ਘੱਟ ਸ਼ਬਦਾਂ ਦੇ ਵਿੱਚ ਸਹੀ ਮਤਲਬ ਦੇ ਕੇ ਅੱਗੇ ਰੱਖਣਾ। ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਪ੍ਰੈਸੀ। ਸੋ ਇਹਦੀ ਡੈਫੀਨੇਸ਼ਨ ਹੈ ਕਿ ਪ੍ਰੈਸੀ ਕੀ ਹੈ, ਕਲੀਅਰ, ਕੰਪੈਕਟ, ਲੌਜੀਕਲ ਸਮਰੀ ਹੁੰਦੀ ਹੈ ਕਿਸੇ ਵੀ ਪੈਰੇ ਦੀ। ਤੇ ਉਸ ਤੋਂ ਬਾਅਦ ਕਹਿੰਦੇ ਪ੍ਰੈਸੀ ਦੇ ਵਿੱਚ ਸਿਰਫ ਔਰ ਸਿਰਫ ਜੋ ਇੱਕ ਪੈਰੇ ਦਾ ਅਸਲੀ ਇੰਪੋਰਟੈਂਟ ਆਈਡੀਆ ਹੈ, ਮੇਨ ਥੀਮ ਹੈ, ਤੁਸੀਂ ਉਹਨੂੰ ਹੀ ਬਾਹਰ ਕੱਢ ਕੇ ਰੱਖਣਾ ਹੈ। ਤੇ ਹੁਣ ਇੱਕ ਸਹੀ ਗੁੱਡ ਪ੍ਰੈਸੀ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ, ਕਿਹੜੀਆਂ ਕੁਆਲਿਟੀਜ਼ ਹੁੰਦੀਆਂ ਨੇ। ਸੋ ਉਹਦੇ ਵਿੱਚ ਕਲੈਰਿਟੀ ਹੁੰਦੀ ਹੈ, ਕਰੈਕਟ ਹੁੰਦੀ ਹੈ, ਮੇਨ ਜੋ ਚੀਜ਼ ਥੀਮ ਪੁੱਛਿਆ ਉਹਦੀ ਗੱਲ ਕੀਤੀ ਜਾਂਦੀ ਹੈ, ਆਬਜੈਕਟਿਵਿਟੀ ਹੁੰਦੀ ਹੈ, ਕੋਹਰੈਂਸ ਹੁੰਦੀ ਹੈ, ਕੰਪਲੀਟਨੈਸ ਹੁੰਦੀ ਹੈ ਤੇ ਕੰਸਾਈਜ਼ਨੈਸ, ਮਤਲਬ ਘੱਟ ਸ਼ਬਦਾਂ ਦੇ ਵਿੱਚ ਬਿਲਕੁਲ ਅਸਲੀ ਮਤਲਬ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਜਾਂਦੀ ਹੈ। ਸੋ ਹੁਣ ਇੱਕ ਗੋਲਡਨ ਰੂਲ ਹੈ ਪ੍ਰੈਸੀ ਸਕਿੱਲ ਦਾ, ਚਾਹੇ ਉਹ ਪੰਜਾਬੀ ਦੀ ਪ੍ਰੈਸੀ ਹੈ, ਹਿੰਦੀ ਦੀ ਹੈ, ਇੰਗਲਿਸ਼ ਦੀ ਹੈ। ਤੁਹਾਨੂੰ ਇੱਕ ਪੈਰੇ ਦੇ ਵਿੱਚ ਮੰਨ ਲਓ 99 ਵਰਡਸ ਨੇ, ਤੁਸੀਂ ਜਦੋਂ ਉਹਦੀ ਪ੍ਰੈਸੀ ਮਤਲਬ ਉਹਨੂੰ ਸ਼ਾਰਟ ਕਰਕੇ ਸਮਰੀ ਕਰਕੇ ਲਿਖਣਾ ਤਾਂ ਕੋਸ਼ਿਸ਼ ਕਰੋ ਤੁਸੀਂ 1/3 ਫਾਰਮੂਲਾ ਯੂਜ਼ ਕਰੋ। ਸੋ 1/3 ਮੀਨਸ ਜਿੰਨੇ ਵਰਡ ਤੁਹਾਨੂੰ ਪੈਰੇ 'ਚ ਨੇ, ਜਦੋਂ ਦੀ ਸਮਰੀ ਕਰਨੀ ਹੈ ਤਾਂ ਉਹਦਾ ਤੁਸੀਂ 1/3 ਹਿੱਸਾ ਜਿਹੜੇ ਵਰਡਸ ਨੇ ਉਨਿਆਂ ਦੇ ਵਿੱਚ ਸਮਰੀ ਕਰਕੇ ਲਿਖੋ। ਸੋ ਜਿਵੇਂ 99 ਵਰਡਸ ਦਾ ਪੈਰਾ ਹੈ ਤਾਂ ਉਹਦਾ 1/3 ਹੋ ਗਿਆ 33। ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਵੀ 30 ਤੋਂ ਲੈ ਕੇ 35 ਦੇ ਵਿੱਚ ਤੱਕ ਤੁਸੀਂ ਵਰਡਸ ਨੇ ਜਿਹੜੇ ਉਹ ਪ੍ਰੈਸੀ ਦੇ ਲਿਖੋ। ਸੋ ਹੁਣ ਐਗਜ਼ਾਮਪਲ ਤੁਸੀਂ ਦੇਖ ਲਓ, ਆ ਇੱਕ ਪੈਰਾ ਦਿੱਤਾ ਹੋਇਆ ਮੈਂ ਤੁਹਾਨੂੰ। ਸੋ ਇਸ ਪੈਰੇ ਨੂੰ ਸਭ ਤੋਂ ਪਹਿਲਾਂ ਪ੍ਰੈਸੀ ਜਦੋਂ ਕਰਨੀ ਹੈ ਤਾਂ ਤੁਸੀਂ ਉਹਦੀ, ਵੈਸੇ ਤਾਂ ਹੁਣ ਆਪਣਾ MCQ ਬੇਸਡ ਕੁਐਸਚਨ ਪੇਪਰ ਹੋਊਗਾ ਤਾਂ ਉਹਦੇ 'ਚ ਤੁਹਾਨੂੰ ਕੱਲਾ ਟਾਈਟਲ ਪੁੱਛ ਸਕਦੇ ਨੇ ਇੱਕ ਪੈਰਾ ਦੇ ਕੇ ਕਿ ਇਹਦਾ ਸਭ ਤੋਂ ਢੁਕਵਾਂ ਸਿਰਲੇਖ ਕੀ ਹੋ ਸਕਦਾ, ਜਾਂ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ ਜਿਹਦੇ ਵਿੱਚ ਪ੍ਰੈਸੀ ਕੀਤੀ ਕਿਤਾਈ ਮਿਲੂਗੀ, ਤੁਸੀਂ ਉੱਥੇ ਸਹੀ ਆਪਸ਼ਨ ਚੂਜ਼ ਕਰਨੀ ਹੈ। ਪਹਿਲੀ ਚੀਜ਼ ਤੁਸੀਂ ਦੇਖੋਗੇ ਆਪਸ਼ਨਸ ਦੇ ਵਿੱਚੋਂ, ਜਿਵੇਂ ਤੁਹਾਨੂੰ 4 ਆਪਸ਼ਨ ਦੇਤੀਆਂ, ਚਾਰਾਂ ਦੇ ਵਿੱਚ ਅੱਡ-ਅੱਡ 3-3 4-4 ਲਾਈਨਸ ਨੇ। ਸੋ ਤੁਸੀਂ ਸਭ ਤੋਂ ਪਹਿਲੀ ਚੀਜ਼ ਦੇਖਣੀ ਹੈ ਕਿ ਕਿਹਦੇ ਵਿੱਚ ਘੱਟ ਸ਼ਬਦ ਨੇ।
ਸੋ ਜਿੰਨੇ ਵਰਡਸ ਪੈਰੇ ਦੇ ਨੇ ਉਹਦਾ 1/3 ਕਰਕੇ ਤੁਸੀਂ ਕੈਲਕੂਲੇਟ ਕਰਕੇ ਦੇਖੋਗੇ। ਦੂਜੇ ਨੰਬਰ ਤੇ ਦੇਖੋਗੇ ਕਿ ਮਤਲਬ ਸਹੀ ਨਿਕਲ ਰਿਹਾ ਜਾਂ ਨਹੀਂ ਨਿਕਲ ਰਿਹਾ। ਸੋ ਹੁਣ ਆਪਾਂ ਮੇਨ ਫਟਾਫਟ ਇਹਨੂੰ ਪੜ੍ਹ ਲੈਂਦੇ ਹਾਂ। A life of action and danger moderates the dread of death. It not only gives us fortitude to bear pain, but teaches us at every step the precarious tenure on which we hold our present being. ਸੋ ਬੇਸਿਕਲੀ ਇਹ ਮਰਨ ਦਾ ਜਿਹੜਾ ਖੌਫ ਹੁੰਦਾ, ਇੱਕ ਡਰ ਹੁੰਦਾ ਇਨਸਾਨ ਦੇ ਵਿੱਚ, ਉਹਦੇ ਬਾਰੇ ਪੈਰਾ ਲਿਖਿਆ ਹੋਇਆ। Sedentary and studious men are the most apprehensive on this score. Dr. Johnson was an instance in point. A few years seemed to him soon over compared with those sweeping contemplations on time and infinity with which he had been used to pose himself. In the still life of a man of letters, there was no obvious reason for a change. He might sit in an armchair and pour out cups of tea to all eternity. Would it have been possible for him to do so? The most rational cure, after all, for the inordinate fear of death is to set a just value on life. ਕਹਿੰਦੇ ਸਭ ਤੋਂ ਜ਼ਿਆਦਾ ਸਹੀ ਇਲਾਜ ਇਹ ਮਰਨ ਦਾ ਜਿਹੜਾ ਡਰ ਹੈ ਉਹਦੇ ਤੋਂ ਨਿਕਲਣ ਦਾ ਇਹੀ ਹੈ ਕਿ ਆਪਾਂ ਜੋ ਆਪਣੀ ਜ਼ਿੰਦਗੀ ਚੱਲ ਰਹੀ ਹੈ ਉਹਦੇ ਉੱਤੇ ਫੋਕਸ ਕਰੀਏ। So if we mere wish to continue the scene to indulge our headstrong humor, tormenting passion, we had better be gone at once. If we only cherish a fondness for existence according to the good we desire from it, the pang we feel at parting, which it will not be very sober. So ਹੁਣ ਇਸ ਪੈਰੇ ਦੇ ਵਿੱਚੋਂ ਜਿਹੜਾ ਟਾਈਟਲ ਟੁਕਮਾ ਸਿਰਲੇਖ ਨਿਕਲ ਰਿਹਾ ਉਹ ਨਿਕਲ ਰਿਹਾ the fear of death, ਮਤਲਬ ਕਿ ਮਰਨ ਦਾ ਡਰ। ਮੋਸਟਲੀ ਜਿਹੜਾ ਟਾਈਟਲ ਹੁੰਦਾ ਤੁਹਾਨੂੰ ਮੈਂ ਦੱਸ ਦਿੰਨੀ ਆ, ਬੇਸਿਕ ਰੂਲ ਆ, ਜਾਂ ਤਾਂ ਪੈਰੇ ਦੀ ਪਹਿਲੀ ਲਾਈਨ ਚੋਂ ਨਿਕਲਦਾ ਜਾਂ ਪੈਰੇ ਦੀ ਲਾਸਟ ਲਾਈਨ ਚੋਂ ਨਿਕਲਦਾ। ਸੋ ਤੁਸੀਂ ਟਾਈਟਲ ਲੱਭਣ ਦੇ ਲਈ ਇਹ ਮੇਨ ਦੋ ਜਗ੍ਹਾ ਦੇ ਉੱਤੇ ਹੀ ਫੋਕਸ ਕਰਨਾ ਹੈ। ਫਿਰ ਹੁਣ ਤੁਸੀਂ ਦੇਖ ਲਓ ਵੀ ਇਹਨੂੰ ਸਮਰਾਈਜ਼ ਕਰਕੇ ਪ੍ਰੈਸੀ ਸ਼ਾਰਟ ਕਰਕੇ ਕਿਵੇਂ ਲਿਖਿਆ। ਸੋ ਇਹਨਾਂ ਨੇ ਲਿਖਿਆ if we lead an active life facing danger we will less fear death। ਸੋ ਜਿਹੜੀ ਚੀਜ਼ ਉਰੇ ਦੱਸੀ ਹੋਈ ਹੈ ਇਹਨਾਂ ਨੇ ਉਹ ਚੀਜ਼ ਉਹਨਾਂ ਨੇ ਛੋਟੀ ਕਰਕੇ ਸਿੰਪਲ ਵਰਡਸ ਦੇ ਵਿੱਚ ਲਿਖਤੀ। People who lead a lazy and peaceful life are the most afraid of death। ਕਹਿੰਦੇ ਜਿਹੜੇ ਲੋਕ ਬਹੁਤ ਹੀ ਜ਼ਿਆਦਾ ਲੇਜ਼ੀ ਲਾਈਫ ਜੀਂਦੇ ਨੇ, ਜ਼ਿਆਦਾ ਐਕਟਿਵ ਨਹੀਂ ਰਹਿੰਦੇ, ਉਹਨਾਂ ਨੂੰ ਹੀ ਸਭ ਤੋਂ ਜ਼ਿਆਦਾ ਮਰਨ ਦਾ ਡਰ ਰਹਿੰਦਾ। The most sensible way of getting rid, ਜੋ ਮੈਂ ਤੁਹਾਨੂੰ ਇਹ ਇੰਪੋਰਟੈਂਟ ਲਾਈਨ ਲਿਖਵਾਈ ਹੈ, ਹਾਈਲਾਈਟ ਕਰਵਾਈ ਸੀ, ਉਹ ਹੈ ਕਿ to get rid of fear of death is to value life properly. If we do not give unnecessary importance to our life, we will not feel the pang of death। ਕਹਿੰਦੇ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਤਵੱਜੋ ਨਾ ਦਿਓ, ਤੁਹਾਡਾ ਮਰਨ ਦਾ ਖੌਫ ਵੀ ਹੈ ਜਿਹੜਾ ਨਿਕਲ ਜੂ। ਸੋ ਹੁਣ ਤੁਸੀਂ ਦੇਖੋ ਕਿ 4 ਲਾਈਨਾਂ ਦੇ ਵਿੱਚ ਸਾਰੇ ਐਡੇ ਵੱਡੇ ਪੈਰੇ ਦੀ ਗੱਲ ਖਤਮ ਕਰਤੀ। ਸੋ ਇਹਦਾ ਮਤਲਬ ਹੈ ਕਿ ਆਪਣੇ ਤੋਂ ਇਹ ਨਹੀਂ ਪੁੱਛਿਆ ਹੋਇਆ ਵੀ ਉਰੇ ਡਾਕਟਰ ਜੌਨਸਨ ਕੀ ਕਹਿ ਰਿਹਾ, ਉਰੇ ਉਹਦੀ ਆਰਮ ਚੇਅਰ ਕੀ ਕਹਿ ਰਹੀ ਹੈ। ਆਪਣੇ ਤੋਂ ਪ੍ਰੈਸੀ ਦੇ ਵਿੱਚ ਪੈਰਾ ਮੇਨ ਮੈਸੇਜ ਕੀ ਦੇਣਾ ਚਾਹ ਰਿਹਾ ਉਹ ਕੀ ਹੈ। ਸੋ ਤੁਸੀਂ ਪੈਰੇ ਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਜੋ ਵੀ ਤੁਹਾਨੂੰ 3-4 ਲਾਈਨ ਸਹੀ ਲੱਗਣ, ਕਿ ਜਿਵੇਂ ਹੁਣ ਉਰੇ ਪਹਿਲੀ ਲਾਈਨ 'ਚ ਤਾਂ ਦੱਸਤਾ ਕਿ ਮਰਨ ਦਾ ਡਰ ਕਿਹਨੂੰ ਨਹੀਂ ਹੁੰਦਾ, ਦੂਜੀ 'ਚ ਦੱਸਤਾ ਕਿ ਮਰਨ ਦਾ ਡਰ ਕਿਹਨੂੰ ਹੁੰਦਾ, ਤੀਜੀ 'ਚ ਉਹਦਾ ਇਲਾਜ ਦੱਸਤਾ, ਚੌਥੀ 'ਚ ਉਹਨਾਂ ਨੇ ਦੱਸਤਾ ਇੱਕ ਸੁਜੈਸ਼ਨ। ਸੋ ਉਹਨਾਂ ਨੇ 4 ਲਾਈਨਾਂ ਦੇ ਵਿੱਚ ਸਾਰਾ ਦਾ ਸਾਰਾ ਮਤਲਬ ਖਤਮ ਕਰਕੇ ਰੱਖਤਾ ਇੰਨੇ ਬਿਊਟੀਫੁਲ ਤਰੀਕੇ ਦੇ ਨਾਲ, ਘੱਟ ਸ਼ਬਦਾਂ ਦੇ ਵਿੱਚ। ਸੋ ਪ੍ਰੈਸੀ ਦਾ ਇੱਕ ਮੇਨ ਸਕਿੱਲ ਹੀ ਇਹ ਹੈ ਕਿ ਜਦੋਂ ਆਪਾਂ ਨੇ ਕਿਸੇ ਚੀਜ਼ ਨੂੰ ਘੱਟ ਸ਼ਬਦਾਂ 'ਚ ਲਿਖਣਾ ਤਾਂ ਉਹਦੇ ਵਿੱਚ ਕੋਈ ਵੀ ਫਾਲਤੂ ਦੇ ਫੈਂਸੀ ਵਰਡਸ, ਕੰਪਲਿਕੇਟਿਡ ਵਰਡਸ ਤੁਸੀਂ ਕੱਢ ਦਿਓ। ਜਿੱਥੇ ਤੁਸੀਂ ਇੱਕ ਗੱਲ ਨੂੰ ਇੱਕ ਸੈਂਟੈਂਸ 'ਚ ਸਮਝਾ ਸਕਦੇ ਹੋ, ਉੱਥੇ 3-4 ਸੈਂਟੈਂਸ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਜਿਹੜੀ ਪ੍ਰੈਸੀ ਵੀ ਹੈ ਇਹ ਵੀ ਤੁਹਾਨੂੰ ਪ੍ਰੈਕਟਿਸ ਦੇ ਨਾਲ ਹੀ ਆਊਗੀ। ਟਰਾਈ ਕਰੋ ਕਿ ਤੁਸੀਂ 3-4 ਪ੍ਰੈਸਿਸ ਐਗਜ਼ਾਮ ਤੋਂ ਪਹਿਲਾਂ ਜ਼ਰੂਰ ਅਟੈਂਪਟ ਕਰਕੇ ਜਾਓ। ਸੋ ਨੈਕਸਟ ਆ ਰਿਹਾ ਆਪਣਾ ਟੌਪਿਕ, ਲਾਸਟ ਹੈ ਜੋ ਫਿਲ ਇਨ ਦ ਬਲੈਂਕਸ। ਕਹਿੰਦੇ ਹੁਣ ਤੁਸੀਂ ਚੀਜ਼ਾਂ ਦੇ ਵਿੱਚ ਬਲੈਂਕਸ ਫਿਲ ਆਊਟ ਕਰਨੀਆਂ ਨੇ। ਸੋ ਜਦੋਂ ਵੀ ਬਲੈਂਕਸ ਆਉਂਦੀਆਂ ਨੇ ਉਹ ਜਾਂ ਤਾਂ ਆਰਟੀਕਲਸ 'ਚੋਂ ਆਉਂਦੀਆਂ ਨੇ, ਜਾਂ ਪ੍ਰੈਪੋਜੀਸ਼ਨਸ 'ਚੋਂ ਹੁੰਦੀਆਂ ਨੇ, ਜਾਂ ਫਿਰ ਮੋਸਟਲੀ ਟੈਂਸਿਸ 'ਚੋਂ। ਸੋ ਤੁਹਾਨੂੰ ਇਹ ਤਿੰਨਾਂ ਦੇ ਜਿਹੜੇ ਬੇਸਿਕ ਗ੍ਰਾਮੈਟੀਕਲ ਰੂਲ ਨੇ ਉਹ ਯਾਦ ਹੋਣੇ ਚਾਹੀਦੇ ਨੇ। ਸੋ ਸੇਮ ਦੁਬਾਰਾ ਤੋਂ ਜਿਵੇਂ ਆਪਾਂ ਨੇ ਐਰਰ ਡਿਟੈਕਸ਼ਨ, ਸੈਂਟੈਂਸ ਫਾਰਮੇਸ਼ਨ ਦੇ ਵਿੱਚ ਰੂਲ ਪੜ੍ਹੇ ਨੇ, ਉਸੇ ਤਰ੍ਹਾਂ ਦੇ ਹੀ ਰੂਲਸ ਤੁਹਾਨੂੰ ਫਿਲ ਇਨ ਦੀ ਬਲੈਂਕਸ ਵਿੱਚ ਮਿਲ ਰਹੇ ਨੇ। ਤੁਸੀਂ
ਸਭ ਤੋਂ ਪਹਿਲਾਂ ਬਿਨਾਂ ਆਪਸ਼ਨਸ ਦੇਖੇ ਆਪ ਆਨਸਰ ਨੂੰ ਬੋਲ ਕੇ ਲੱਭਣ ਦੀ ਕੋਸ਼ਿਸ਼ ਕਰੋ, ਫਿੱਟ ਕਰਨ ਦੀ ਕੋਸ਼ਿਸ਼ ਕਰੋ। ਫਿਰ ਜਦੋਂ ਤੁਸੀਂ ਆਪਸ਼ਨ ਚੂਜ਼ ਕਰ ਲਿਆ ਜਿਹੜਾ ਤੁਹਾਨੂੰ ਠੀਕ ਲੱਗ ਰਿਹਾ, ਫਿਰ ਤੁਸੀਂ ਦੇਖੋ ਕਿ ਜੋ ਤੁਹਾਡੇ ਕੋਲ 3-4 ਆਪਸ਼ਨਸ ਨੇ ਉਹਨਾਂ ਦੇ ਵਿੱਚੋਂ ਉਹ ਕੋਈ ਇੱਕ ਆਪਸ਼ਨ ਹੈ। ਸੋ ਚੈੱਕ ਕਰੋ ਆਪਸ਼ਨ ਨੂੰ, ਚੂਜ਼ ਕਰੋ ਜਿਹੜਾ ਵੀ ਤੁਹਾਨੂੰ ਲੱਗ ਰਿਹਾ ਕਿ ਸਭ ਤੋਂ ਬੈਸਟ ਸੂਟਡ ਵਰਡ ਹੈ ਬਲੈਂਕਸ ਦਾ। ਫਿਰ ਉਹਨੂੰ ਫਿੱਟ ਕਰਕੇ ਪੜ੍ਹਨ ਦੀ ਕੋਸ਼ਿਸ਼ ਕਰੋ, ਰੀਡ ਕਰੋ ਸੈਂਟੈਂਸ ਨੂੰ। ਜੇ ਤੁਹਾਨੂੰ ਲੱਗ ਰਿਹਾ ਕਿ ਸੈਂਟੈਂਸ ਪੰਜਾਬੀ ਚ ਬੋਲ ਕੇ ਦੇਖ ਲਓ ਵੀ ਗ੍ਰਾਮੈਟਿਕਲੀ ਲੌਜੀਕਲੀ ਸਹੀ ਮਤਲਬ ਦੇ ਰਿਹਾ ਹੈ, ਤਾਂ ਤੁਸੀਂ ਉਸ ਆਪਸ਼ਨ ਨੂੰ ਬਿਨਾਂ ਕਨਫਿਊਜ਼ ਹੋਏ ਟਿਕ ਕਰਕੇ ਆਓਗੇ। ਸੋ ਹੁਣ ਮੈਂ ਤੁਹਾਡੇ ਨਾਲ ਕੁਝ 10 ਸਿੰਪਲ ਜਿਹੀਆਂ ਐਗਜ਼ਾਮਪਲਸ ਲੈ ਕੇ ਆਈ ਹਾਂ। ਸੋ ਪਹਿਲੀ ਹੈ I slept dash 9 o'clock। ਸੋ ਇਹਦਾ ਆਨਸਰ ਰਹੂਗਾ ਟਿਲ, ਕਿ ਮੈਂ 9 ਵਜੇ ਤੱਕ ਸੋਈ। ਸੋ ਟਿਲ ਦਾ ਮਤਲਬ ਹੁੰਦਾ ਤੱਕ। Then ਹੈ we walked dash the end of the street। ਸੋ ਅਸੀਂ ਇੱਕ ਗਲੀ ਦੇ ਐਂਡ ਤੱਕ ਚੱਲ ਕੇ ਗਏ, we walked। ਸੋ ਇਹਦਾ to। Then ਹੈ the child has been missing yesterday। ਸੋ ਜਦੋਂ ਵੀ ਕੋਈ ਐਵੇਂ ਸਮੇਂ ਦੀ ਗੱਲ ਆਉਂਦੀ ਹੈ, ਜਦੋਂ ਆਪਾਂ ਕਿਸੇ ਇਵੈਂਟ ਨੂੰ ਆਪਾਂ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਸ਼ਬਦ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਸੋ ਜਦੋਂ ਆਪਾਂ ਨੇ ਕਿਸੇ ਇਵੈਂਟ ਨੂੰ ਸੈਂਟੈਂਸ ਫਾਰਮ ਕਰਕੇ ਲਿਖਣਾ ਹੈ ਤਾਂ ਉਹਦੇ ਚ ਆਪਾਂ ਸਿੰਸ ਵਰਡ ਯੂਜ਼ ਕਰਦੇ ਹਾਂ। ਸੋ ਦ ਚਾਈਲਡ ਹੈਜ਼ ਬੀਨ ਮਿਸਿੰਗ, ਬੱਚਾ ਕੱਲ ਤੋਂ ਗਾਇਬ ਸੀ। ਦੈਨ ਹੈ I dash of visiting America। ਸੋ ਇਹ ਆ ਗਿਆ ਇੱਕ ਸਿੰਪਲ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਿ ਮੈਂ ਸੋਚ ਰਿਹਾ ਅਮਰੀਕਾ ਜਾਣ ਬਾਰੇ। ਸੋ I am thinking। ਸੋ ਤੁਹਾਨੂੰ ਇਹ ਬਲੈਂਕਸ ਕਰਨ ਦੇ ਲਈ ਆਰਟੀਕਲ, ਪ੍ਰੈਪੋਜੀਸ਼ਨ, ਟੈਂਸ ਇਹਨਾਂ ਦੇ ਰੂਲਸ, ਟਿਪਸ ਤੇ ਹੋਣੇ ਚਾਹੀਦੇ ਨੇ। ਫਿਰ ਹੈ 5th ਡੈਸ਼ ਇਨ ਗੋਸਟ। ਸੋ ਇੱਕ ਕੁਐਸਚਨ ਪੁੱਛਿਆ ਗਿਆ, ਸੋ ਆਰ ਯੂ ਬਿਲੀਵਿੰਗ ਇਨ ਗੋਸਟ ਜਾਂ ਡੂ ਯੂ ਬਿਲੀਵ ਇਨ ਗੋਸਟ। ਸੋ ਉਰੇ ਸਹੀ ਸੂਟੇਬਲ ਆਪਾਂ ਨੂੰ ਬੋਲ ਕੇ ਹੀ ਪਤਾ ਚੱਲ ਰਿਹਾ ਹੈ ਕਿ ਜ਼ਿਆਦਾ ਸੂਟੇਬਲ ਹੈ ਡੂ ਯੂ ਬਿਲੀਵ। ਉਸ ਤੋਂ ਬਾਅਦ ਹੈ ਡੈਸ਼ ਓਲਡ ਮੈਨ wanted to see you in the morning। ਸੋ ਉਰੇ ਆ ਗਿਆ ਓਲਡ, ਆਪਾਂ ਨੂੰ ਪਤਾ ਜਿੰਨੇ ਵੀ ਵਾਲ ਸਾਊਂਡਸ ਹੁੰਦੇ ਨੇ A E I O U ਉਹਨਾਂ ਦੇ ਨਾਲ ਕੀ ਲੱਗਦਾ ਹੈ ਐਨ। ਸੋ ਉਰੇ ਆ ਗਿਆ ਐਨ ਓਲਡ ਮੈਨ। 7th ਆ ਗਿਆ ਜੌਨ ਬਿਲਟ ਡੈਸ਼ ਯਾਰਡ ਫॉर ਹਿਸ ਕੈਟਲ। ਸੋ ਯਾਰਡ ਕੀ ਹੈ, ਕੋਈ ਕਾਮਨ ਚੀਜ਼ ਹੈ। ਸੋ ਇਹਦੇ ਅੱਗੇ ਆਪਾਂ ਲਗਾਵਾਂਗੇ ਕਿਉਂਕਿ ਇੱਕ ਯਾਰਡ ਦੀ ਗੱਲ ਹੋ ਰਹੀ ਹੈ। ਫਿਰ she ate only dash oranges। ਫਿਰ ਉਰੇ O ਆ ਗਿਆ, ਵੋਵਲ ਸਾਊਂਡ ਆ ਗਈ, ਸੋ ਉਰੇ ਆਪਾਂ ਲਗਾਵਾਂਗੇ ਐਨ। ਫਿਰ ਆ ਗਿਆ 9th ਮਾਈ ਗ੍ਰੈਂਡਮਦਰ ਟੋਲਡ ਮੀ ਡੈਸ਼ ਸਟੋਰੀ। ਉਰੇ ਕੋਈ ਸਟੋਰੀ ਦਾ ਨਾਮ ਨਹੀਂ ਹੈ, ਸੋ ਇਸੇ ਲਈ ਆਪਾਂ ਉਰੇ ਕਾਮਨ ਜਿਹੜਾ ਆਰਟੀਕਲ ਹੈ ਉਹ ਲਗਾਵਾਂਗੇ, ਦੈਟ ਇਜ਼ A। ਫਿਰ ਆ ਗਿਆ ਲਾਸਟ ਮਿਸਟਰ ਨੋਟਿਅਲ ਬੌਟ ਡੈਸ਼ ਨਿਊ ਕਾਰ। ਸੋ ਉਰੇ ਵੀ ਸਿੰਪਲ ਆ ਗਿਆ, ਕੋਈ ਕਾਰ ਦੀ ਸਪੈਸੀਫਿਕੇਸ਼ਨ ਜਾਂ ਕੋਈ ਬ੍ਰਾਂਡ ਨੇਮ ਨਹੀਂ ਹੈ, ਸੋ ਆਪਾਂ ਦ ਨਹੀਂ ਲਗਾਵਾਂਗੇ, ਉਰੇ ਵੀ ਲਗਾਵਾਂਗੇ ਕਿਉਂਕਿ ਇੱਕ ਕਾਰ ਦੀ ਗੱਲ ਹੋ ਰਹੀ ਹੈ। ਸੋ ਇਹ ਸੀ ਅੱਜ ਦਾ ਆਪਣਾ ਪੂਰਾ ਦਾ ਪੂਰਾ ਐਕਸਕਲੂਸਿਵ ਇੰਟੈਂਸਿਵ ਜਿਹੜਾ ਟੌਪਿਕ ਮੈਂ ਤੁਹਾਨੂੰ ਕਰਵਾਉਣਾ ਸੀ ਇੰਗਲਿਸ਼ ਲੈਂਗੁਏਜ ਦੇ ਉੱਤੇ। ਸੋ ਸਬ ਇੰਸਪੈਕਟਰ ਦੇ ਐਗਜ਼ਾਮ ਦੇ ਵਿੱਚ ਜੋ ਵੀ 7 ਟੌਪਿਕ ਇੰਗਲਿਸ਼ ਲੈਂਗੁਏਜ ਸਬਜੈਕਟ ਦੇ ਅੰਦਰ ਦਿੱਤੇ ਹੋਏ ਨੇ, ਆਪਾਂ ਨੇ ਅੱਜ ਸਾਰੇ ਦੇ ਸਾਰੇ ਟੌਪਿਕ ਕਵਰ ਕਰ ਲਏ। ਤੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਹੈਲਪਫੁਲ ਲੱਗੀ ਤਾਂ ਮੈਂ ਨੈਕਸਟ ਵੀਕ ਦੇ ਵਿੱਚ ਐਵੇਂ ਹੀ ਪੂਰੇ ਸਿਲੇਬਸ ਦੇ ਉੱਤੇ ਇੱਕ ਸਿੰਗਲ ਕੰਪਾਈਲਡ ਪੰਜਾਬੀ ਲੈਂਗੁਏਜ ਦੀ ਵੀਡੀਓ ਵੀ ਜ਼ਰੂਰ ਲੈ ਕੇ ਆਉਂਗੀ। Please keep supporting my channel. Do like, share, subscribe and share it with your friends and family. Thank you and good luck.